ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਸੋਲਹੇ ਮਹੱਲਾ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੋ ਦਿਸੈ ਸੋ ਏਕੋ ਤੂੰ ਹੈ। ਬਾਣੀ ਤੇਰੀ ਸ਼ਰਵਣ ਸੁਣੀਐ। ਦੂਜੀ ਅਵਰ ਨ ਜਾਪਸ ਗਾਈ। ਸਗਲ ਤਮਾਰੀ ਧਾਰਣਾ। ਜੋ ਦਿਸੈ ਸੋ ਏਕੋ ਤੂੰ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗ ਜੁਗ ਅਟਲ ਸ਼ਬਦਾ ਅਵਤਾਰ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਨ ਬੈਠੀ ਗੁਰੂ ਲੋਕ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਭ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਸੋਲਹੇ ਮਹੱਲਾ ਪੰਜਵਾ। ਮਾਰੂ ਰਾਗ ਅੰਦਰ ਸੋਲ੍ਹਵੀਂ ਬਾਣੀ ਦੇ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਦਾਰ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਪਰਮੇਸ਼ਰ ਨੂੰ ਸਰਬਲੋਕ ਕਥਨ ਕਰਕੇ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇੱਕ ਓੰਕਾਰ ਇੱਕ ਹੈ ਅਦੁੱਤੀ ਬ੍ਰਹਮ ਓੰਕਾਰ ਸਰਬ ਦਾ ਪ੍ਰਕਾਸ਼ਕ। ਸਤਿਗੁਰ ਪ੍ਰਸਾਦ। ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਜੋ ਦਿਸੈ ਸੋ ਏਕੋ ਤੂੰ ਹੈ। ਹੇ ਪ੍ਰਭੂ ਗੁਰਮੁਖਾਂ ਨੂੰ ਜੋ ਕੁਝ ਵੀ ਪਦਾਰਥ ਦਿਸ ਰਿਹਾ ਹੈ ਉਸ ਵਿੱਚ ਇੱਕ ਤੂੰ ਹੀ ਦ੍ਰਿਸ਼ਟਾ ਰੂਪ ਹੋਇਆ ਦਿਸਦਾ ਹੈ। ਬਾਣੀ ਤੇਰੀ ਸ਼ਰਵਣ ਸੁਣੀਐ। ਜਿਵੇਂ ਸੋਨੇ ਦੇ ਅਨੇਕਾਂ ਗਹਿਣਿਆਂ ਵਿੱਚ ਸੋਨਾ ਹੀ ਹੁੰਦਾ ਹੈ ਇਉਂ ਸਾਰੇ ਆਕਾਰਾਂ ਵਿੱਚ ਇੱਕ ਤੂੰ ਹੀ ਜੋਤੀ ਸਰੂਪ ਹੋ ਕੇ ਵਸ ਰਿਹਾ ਹੈ। ਤੇਰੀ ਹੀ ਸਤਨਾਮ ਵਾਹਿਗੁਰੂ ਰੂਪ ਬਾਣੀ ਕੰਨਾਂ ਦੇ ਨਾਲ ਸੁਣੀਦੀ ਹੈ। ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਹ ਤੇਰੀ ਹੀ ਤੁਰ ਕੀ ਬਾਣੀ ਸੁਣੀਦੀ ਹੈ। ਦੂਜੀ ਅਵਰ ਨ ਜਾਪਸ ਗਾਈ। ਦੂਜੀ ਹੋਰ ਕੋਈ ਵਸਤੂ ਜਾਂ ਥਾਂ ਨਹੀਂ ਜਾਣੀ ਜਾਂਦੀ। ਸਗਲ ਤੁਮਾਰੀ ਧਾਰਣਾ। ਸਾਰੀ ਸ੍ਰਿਸ਼ਟੀ ਤੇਰੀ ਓਟ ਤੇਰੀ ਆਸਰੇ ਹੈ। ਜਾਂ ਤੂੰ ਅਦਿਸ਼ਨਾਨ ਸਰੂਪ ਹੋ ਕੇ ਸਾਰੀ ਸ੍ਰਿਸ਼ਟੀ ਧਾਰਨ ਕੀਤੀ ਪੈਦਾ ਕੀਤੀ ਹੋਈ ਹੈ। ਆਪ ਚੇਤਾਰੇ ਆਪਣਾ ਕੀਆ। ਇਹ ਪ੍ਰਭੂ ਤੂੰ ਆਪਣਾ ਪੈਦਾ
ਕੀਤਾ ਹੋਵੇ ਸੰਸਾਰ ਆਪ ਹੀ ਚੇਤੇ ਕਰਦਾ ਹੈ, ਜਾਂ ਆਪਣਾ ਜਿਹੜਾ ਤੂੰ ਸੇਵਕ ਬਣਾਉਣਾ ਕੀਤਾ ਹੈ ਉਸ ਨੂੰ ਸੇਵਕ ਜਾਣ ਕੇ ਚੇਤੇ ਕਰਦਾ ਹੈ ਕਿ ਮੇਰੇ ਸਰੂਪ ਦੇ ਵਿੱਚ ਅਪੀਲ ਹੋ ਜਾਵੇ। ਆਪੇ ਆਪ ਆਪ ਪ੍ਰਭ ਥੀਆ, हे प्रभु तू आप ही जीव रूप आप ही ईश्वर रूप अति आप ही शुद्ध स्वरूप हो रहा है। इसी प्रकार ਆਪੇ ਆਪ ਆਪ ਪ੍ਰਭ ਥੀਆ, आप ही प्रबुद्ध चेतन सद्गुरु रूप है, आप ही अप्रबुद्ध चेतन सिख रूप है, अति आप ही दोहां के अंदर एकता रूप हो रहा है। ਆਪੇ ਪਾਏ ਰਚਿਓ ਨ ਪਸਾਰਾ, तू आप ही पानी ਦੀਆਂ ਲਹਿਰਾਂ ਦੀ ਤਰ੍ਹਾਂ ਪੰਜਾਂ ਤੱਤਾਂ ਨੂੰ ਪੈਦਾ ਕਰਕੇ ਇਹ ਸੰਸਾਰ ਦਾ ਜਿਹੜਾ ਪਸਾਰਾ ਹੈ ਉਹ ਰਚਨਾ ਕੀਤਾ ਹੈ। ਆਪੇ ਘਟ ਕੰਡ ਸਾਰਣਾ, ਆਪ ਹੀ ਸਰੀਰਾਂ ਦੀ ਸਾਰ ਲੈਣਾ ਕਰਦਾ ਹੈ। ਏਕੇ ਪਾਏ ਵਡ ਦਰਬਾਰੀ, ਇਹ ਪ੍ਰਭੂ ਤੂੰ ਕਈ ਵੱਡੇ ਦਰਬਾਰਾਂ ਵਾਲੇ ਪੈਦਾ ਕੀਤੇ ਹਨ। ਏਕੇ ਉਦਾਸੀ ਇਕ ਘਰ ਭਾਰੀ, ਕਈ ਉਦਾਸੀ ਸੰਸਾਰ ਤੋਂ ਪ੍ਰਾਣ ਰਹਿਣ ਵਾਲੇ ਵਿਅਕਤ ਪੈਦਾ ਕੀਤੇ ਨੇ, ਅਤੇ ਕਈ ਘਰ-ਬਾਰ ਵਾਲੇ ਪਾਪ ਗ੍ਰਸਤੀ ਪੈਦਾ ਕੀਤੇ ਹਨ। ਇਕ ਭੁੱਖੇ ਇਕ ਤ੍ਰਿਪਤ ਅਗਾਏ, ਕਈ ਭੁੱਖੇ ਰਹਿੰਦੇ ਨੇ ਤੇ ਕਈ ਭੋਜਨ ਦੇ ਨਾਲ ਤ੍ਰਿਪਤੀ ਕਰਕੇ ਰਜੇ ਹੋਏ ਹਨ, ਜਾਂ ਕਈ ਆਪ ਰਜੇ ਹੋਏ ਨੇ ਅਤੇ ਹੋਰਨਾਂ ਨੂੰ ਰਜਾ ਰਹੇ ਹਨ। ਪਰ ਸਭ ਸੈ ਤੇਰਾ ਬਾਰਣਾ, ਸਾਰਿਆਂ ਨੂੰ ਤੇਰਾ ਹੀ ਆਸਰਾ ਹੈ। ਅਰਥਾਤ ਜਿਨ੍ਹਾਂ ਨੇ ਪਿਛੇ ਇਸ ਕਾਮ ਕਰਮ ਦੇ ਸਹਿਤ ਤਾਪਾਦ ਕੀਤੇ ਸਨ ਉਹਨਾਂ ਨੂੰ ਵੱਡੇ ਦਰਬਾਰ ਵਾਲੇ ਬਣਾ ਦਿੱਤਾ। ਜਿਨ੍ਹਾਂ ਨੇ ਚੇਤਨ ਅੰਦਰ ਵੈਰਾਗ ਪੈਦਾ ਕੀਤਾ ਸੀ ਉਹਨਾਂ ਨੂੰ ਉਦਾਸੀਨ ਬਣਾ ਦਿੱਤਾ। ਜਿਨ੍ਹਾਂ ਦੇ ਅੰਦਰ ਮਾਇਆ ਦਾ ਮੋਹ ਸੀ ਉਹਨਾਂ ਨੂੰ ਗ੍ਰਸਤੀ ਬਣਾ ਦਿੱਤਾ। ਜਿਨ੍ਹਾਂ ਨੇ ਪਿਛਲੇ ਜਨਮਾਂ ਵਿੱਚ ਦਾਨ ਪੁੰਨ ਨਹੀਂ ਕੀਤਾ ਸੀ ਉਹ ਭੁੱਖੇ ਤੁਰੇ ਫਿਰਦੇ ਨੇ। ਹੁਣ ਬਤਾ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ। ਇੱਕ ਮਾਂ ਦੇ ਜਾਏ ਦੋ ਬੱਚੇ ਦੋਵੇਂ ਭਰਾ ਨੇ, ਸਕੇ ਭਰਾ ਨੇ, ਇੱਕ ਭੁੱਖਾ ਮਰਦ ਹੈ ਇੱਕ ਖੁਸ਼ਹਾਲ ਹੈ। ਗੱਲ ਤਾਂ ਕਰਮਾਂ ਦਾ ਫਰਕ ਹੈ, ਘਰ ਇੱਕੋ ਹੀ ਹੈ। ਤੋ ਜਿਨ੍ਹਾਂ ਦੇ ਪਿੱਛੇ ਆਪਣਾ ਸਰਬੰਸ ਵਾਰ ਕੇ ਚਿੱਤ ਨੂੰ ਪ੍ਰਾਪਤ ਕਰਕੇ ਤੇਰੇ ਚਰਨਾਂ ਨਾਲ ਜੋੜਨਾ ਕੀਤਾ, ਜਿਨ੍ਹਾਂ ਨੇ ਆਪ ਦਾ ਸਭ ਕੁਝ ਹੀ ਵਾਰ ਕੇ ਆਪਣਾ ਚਿੱਤ ਤੇਰੇ ਚਰਨਾਂ ਨਾਲ ਜੋੜਿਆ, ਉਹ ਹੁਣ ਆਪ ਤ੍ਰਿਪਤੀ ਕਰਕੇ ਲੋਕ ਪਰਲੋਕ ਦੇ ਪਦਾਰਥਾਂ ਵੱਲੋਂ ਰਜ ਗਏ ਹਨ। ਆਪੇ ਸਤ 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 ਸਾਚਾ, हे ਪ੍ਰਭੂ ਤੂੰ ਆਪ ਹੀ ਸਤਿਯੁਗ ਵਿੱਚ ਵੀ ਸੱਚਾ ਸੀ, ਤ੍ਰੇਤੇ ਵਿੱਚ ਵੀ ਸੱਚਾ ਸੀ, ਦੁਆਪਰ ਵਿੱਚ ਵੀ ਸੱਚਾ ਸੀ, ਅਤੇ ਹੁਣ ਕਲਯੁਗ ਵਿੱਚ ਸੱਚਾ ਸਰੂਪ ਹੈ। ਇਸੇ ਪ੍ਰਕਾਰ ਆਪੇ ਸਤ 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 ਸਾਚਾ, ਇਹ ਸੱਚ ਸਰੂਪ ਪ੍ਰਭੂ ਤੂੰ ਸੱਚੇ ਗੁਰਾਂ ਦੁਆਰਾ ਸੱਚਾ ਨਾਮ ਜਪਣ ਨਾਲ ਸਤ ਨਿਸ਼ਚੈ ਕਰਕੇ ਆਪਣੇ ਭਗਤਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਇਸੇ ਪ੍ਰਕਾਰ ਆਪੇ ਸਤ 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 ਸਾਚਾ, ਇਹ ਪ੍ਰਭੂ ਸਤ ਨਿਸ਼ਚੈ ਕਰਕੇ ਤੂੰ ਭੂਤ ਕਾਲ ਵਿੱਚ ਵੀ ਸੱਚਾ ਸੀ, ਵਰਤਮਾਨ ਕਾਲ ਵਿੱਚ ਵੀ ਸੱਚਾ ਹੈ, ਅਤੇ ਭਵਿੱਖਤ ਵਿੱਚ ਵੀ ਸੱਚਾ ਹੋਵੇਗਾ। ਇਸੇ ਪ੍ਰਕਾਰ ਆਪੇ ਸਤ 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 ਸਾਚਾ, ਜਿਨ੍ਹਾਂ ਨੇ ਤੇਰੇ ਸੱਚੇ ਨਾਮ ਦਾ ਸਰਵਣ ਕੀਤਾ ਹੈ ਅਤੇ ਸੱਚੇ ਨਾਮ ਦਾ ਮੰਨਣ ਕਰਕੇ ਫਿਰ ਸੱਚੇ ਨਾਮ ਦਾ ਨਿਧਿਆਸਨ ਕੀਤਾ
ਕੀਤਾ ਹੈ, ਉਹਨਾਂ ਨੂੰ ਤੇਰਾ ਸੱਚਾ ਸਰੂਪ ਸਾਖਸ਼ਾਤ ਹੋਇਆ ਹੈ। ਓ ਤਪੋਤਾ ਭਗਤਨ ਸੰਗ ਰਾਚਾ, ਤਾਣੀ ਬੇਟੇ ਵਾਂਗ ਭਗਤਾਂ ਦੇ ਨਾਲ ਮਿਲਿਆ ਹੋਇਆ ਹੈ। ਆਪੇ ਗੁਪਤਾ ਆਪੇ ਹੈ ਪ੍ਰਗਟ, ਤੂੰ ਆਪੇ ਹੀ ਮਨੁੱਖਾਂ ਦੇ ਹਿਰਦਿਆਂ ਵਿੱਚ ਲੁਕਿਆ ਹੋਇਆ ਹੈ। ਆਪ ਹੀ ਗੁਰਮੁਖਾਂ ਦੇ ਹਿਰਦਿਆਂ ਵਿੱਚ ਪ੍ਰਤੱਖ ਸਾਖਸ਼ਾਤ ਹੋਇਆ ਹੈ। ਇਸੇ ਪ੍ਰਕਾਰ ਆਪੇ ਗੁਪਤਾ ਆਪੇ ਹੈ ਪ੍ਰਗਟ, ਆਪ ਹੀ ਨਿਰਗੁਣ ਸਰੂਪ ਹੋ ਕੇ ਤੂੰ ਭਗਤ ਹੈ ਅਤੇ ਆਪ ਹੀ ਸਰਗੁਣ ਸਰੂਪ ਹੋ ਕੇ ਪ੍ਰਗਟ ਹੈ। ਆਪਣਾ ਆਪ ਬਸਾਰਣਾ, ਇਹ ਵਾਹਿਗੁਰੂ ਸਾਰਾ ਸੰਸਾਰ ਤੂੰ ਆਪਣਾ ਆਪ ਹੀ ਫੈਲਾਉਣਾ ਕੀਤਾ ਹੈ। ਸਦਾ ਸਦਾ ਸਦ ਹੋਵਣ ਹਾਰਾ, ਇਹ ਪ੍ਰਭੂ ਤੂੰ ਹਮੇਸ਼ਾ ਭੂਤਕਾਲ ਵਿੱਚ, ਸਦਾ ਹਮੇਸ਼ਾ ਵਰਤਮਾਨ ਕਾਲ ਵਿੱਚ ਅਤੇ ਸਾਧੂ ਹੋਣ ਹਰ ਹਮੇਸ਼ਾ ਭਵਿੱਖ ਕਾਲ ਵਿੱਚ ਸਥਿਰ ਰਹਿਣ ਵਾਲਾ ਹੈ। ਉੱਚਾ ਗਮੇ ਅਥਾਹੁ ਅਪਾਰਾ, ਤੂੰ ਤਿੰਨਾਂ ਗੁਣਾਂ ਤੋਂ ਅਤੀਤ ਹੋਣ ਰੂਪ ਉੱਚਾ ਸ੍ਰੇਸ਼ਟ ਮਨ ਦੀ ਗਮਦਾ ਤੁਰੇ ਅਥਾਹੁ ਸ਼ਕਤੀ ਵਰਤੀ ਕਰਕੇ ਥਾਹ ਕੌਣ ਨੂੰ ਰਹਿ ਗੰਭੀਰਤਾ ਵਾਲਾ ਅਤੀ ਅਪਾਰ ਪਰਵਾਰ ਤੋਂ ਰਹਿਤ ਹੈ। ਊਣੇ ਭਰੇ ਭਰੇ ਭਾਰੇ ਊਣੇ, ਇਹ ਪ੍ਰਭੂ ਤੂੰ ਖਾਲੀਆਂ ਨੂੰ ਭਰ ਦਿੰਦਾ ਹੈ ਤੇ ਪੂਰਨ ਭਰੇ ਹੋਇਆਂ ਨੂੰ ਖਾਲੀ ਕਰ ਦਿੰਦਾ ਹੈ। ਜੋ ਪਦਾਰਥਾਂ ਕਰਕੇ ਭਰੇ ਹੋਏ ਨੇ ਉਹਨਾਂ ਭਰਿਆ ਹੋਇਆਂ ਨੂੰ ਖਾਲੀ ਕਰ ਦਿੰਦਾ, ਤੇ ਜਿਹੜੇ ਖਾਲੀ ਪਾਵ ਕੰਗਾਲ ਹਨ ਉਹਨਾਂ ਨੂੰ ਪਦਾਰਥਾਂ ਨਾਲ ਭਰ ਦਿੰਦਾ ਹੈ। ਇਸੇ ਪ੍ਰਕਾਰ ਊਣੇ ਭਰੇ ਭਰੇ ਭਾਰੇ ਊਣੇ, ਜੋ ਖਾਲੀ ਪਾਪ ਗੁਣਾਂ ਦੀ ਹਉਮੈ ਤੋਂ ਰਹਿਤ ਨਿਮਰਤਾ ਦੇ ਸਹਿਤ ਹੋਏ ਨੇ ਉਹਨਾਂ ਨੂੰ ਬ੍ਰਹਮ ਗਿਆਨ ਆਨੰਦ ਦੇ ਨਾਲ ਭਰ ਦਿੰਦਾ ਹੈ। ਅਤੇ ਜੋ ਹੰਕਾਰ ਕਰਕੇ ਭਰੇ ਹੋਏ ਨੇ ਉਹਨਾਂ ਨੂੰ ਹੰਕਾਰੀ ਜਾਣ ਕੇ ਗੁਣਾਂ ਵੱਲੋਂ ਖਾਲੀ ਕਰ ਦਿੰਦਾ ਹੈ। ਇਹ ਚਲਤ ਸੁਆਮੀ ਕੇ ਕਾਰਣਾ, ਇਹ ਕਾਰਨ ਰੂਪ ਮਾਲਕ ਪ੍ਰਭੂ ਇਹ ਸਾਰੇ ਆਪ ਜੀ ਦੇ ਕੌਤਕ ਕੀਤੇ ਹੋਏ ਹਨ। ਮੁਖ ਸਾਲਾਹੀ ਸੱਚੇ ਸਾਹਾ, ਇਹ ਸੱਚੇ ਪਾਤਸ਼ਾਹ ਸ਼ਾਹੂਕਾਰ ਰੂਪ ਪ੍ਰਭੂ ਮੈਂ ਮੂੰਹੋਂ ਤੇਰੀ ਸਿਫਤ ਸਲਾਹ ਕਰਦਾ ਹਾਂ। ਨੈਣੀ ਪੇਖਾ ਅਗਮ ਅਥਾਹਾ, ਇਹ ਮਨ ਦੀ ਗਮਤਾ ਤੂੰ ਰਹਿਤ ਸ਼ਕਤੀ ਵਰਤੀ ਕਰਕੇ ਥਾ ਕੌਣ ਤੂੰ ਰਹਿਤ ਪ੍ਰਭੂ ਮੈਂ ਆਪਣੇ ਪ੍ਰਤੱਖ ਨੇਤਰਾਂ ਨਾਲ ਤੇਰੇ ਸਰਗੁਣ ਸਰੂਪ ਨੂੰ ਵੇਖਣਾ ਕਰਾਂ ਜਾਂ ਮਨ ਬੁੱਧ ਨੇਤਰਾਂ ਨਾਲ ਤੇਰੇ ਦਰਸ਼ਨਾਂ ਨੂੰ ਦੇਖਣਾ ਕਰਾਂ ਜੀ। ਕਰਨੀ ਸੁਣ ਸੁਣ ਮਨ ਤਨ ਹਰਿਆ, ਪ੍ਰਤੱਖ ਕੰਨਾਂ ਦੇ ਨਾਲ ਜਾਂ ਸ਼ਰਧਾ ਤੇ ਵਿਸ਼ਵਾਸ ਰੂਪ ਕੰਨਾਂ ਨਾਲ ਤੇਰਾ ਜਸ ਸੁਣ ਸੁਣ ਕੇ ਮੇਰਾ ਮਨ ਹਿਰਦਾ ਅਤੇ ਤਨ ਸਰੀਰ ਸ਼ੁਭ ਗੁਣਾਂ ਨਾਲ ਹਰਾ ਭਰਾ ਹੋ ਰਿਹਾ ਹੈ। ਮੇਰੇ ਸਾਹਿਬ ਸਗਲ ਉਧਾਰਣਾ, ਇਹ ਮੇਰੇ ਮਾਲਕ ਪਰਮਾਤਮਾ ਤੂੰ ਸਾਰਿਆਂ ਨੂੰ ਹੀ ਪਾਰ ਕਰਨਾ ਕਰਦਾ ਹੈ। ਕਰ ਕਰ ਵੇਖੈ ਕੀਤਾ ਆਪਣਾ, ਜੋ ਤੇਰਾ ਆਪ ਦਾ ਪੈਦਾ ਕੀਤਾ ਹੋਇਆ ਸੰਸਾਰ ਹੈ ਉਸ ਨੂੰ ਆਪ ਹੀ ਉਤਪਤ ਕਰਕੇ ਅਤੇ ਪਾਲਣਾ ਕਰਕੇ ਵੇਖਣਾ ਕਰਦਾ ਹੈ। ਇਸੇ ਪ੍ਰਕਾਰ ਕਰ ਕਰ ਵੇਖੈ ਕੀਤਾ ਆਪਣਾ, ਜੋ ਸਰਵਣ ਕਰਦਾ ਅਤੇ ਮੰਨਣ ਕਰਦਾ ਹੈ ਉਹ ਆਪਣੇ ਸਰੂਪ ਨੂੰ ਵੇਖ ਲੈਂਦਾ ਹੈ। ਜੀ ਜੰਤਾ ਸੋਈ ਨ ਜਪਣਾ, ਸਾਰੇ ਸੂਖਮ ਅਸਥੂਲ ਜੀਵ ਜੰਤ ਸੋਈ ਉਹੀ ਤੇਰੇ ਨਾਮ ਨੂੰ ਜਪਣਾ ਕਰਦੇ ਨੇ।
ਫਤੇ। ਆਪਣੀ ਕੁਦਰਤ ਆਪੇ ਜਾਣੈ, ਜੋ ਆਪ ਦੀ ਸ਼ਕਤੀ ਨੂੰ ਆਪ ਹੀ ਜਾਣਦਾ ਹੈ। ਨਦਰੇ ਨਦਰ ਨਿਹਾਲਣਾ, ਇਹ ਕਿਰਪਾ ਦ੍ਰਿਸ਼ਟੀ ਕਰਨ ਵਾਲੀ ਪ੍ਰਭੂ, ਜਿਸ ਉੱਪਰ ਤੂੰ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ, ਉਹ ਤੇਰੇ ਸਰੂਪ ਨੂੰ ਦੇਖਣਾ ਕਰਦਾ ਹੈ। ਇਸੇ ਪ੍ਰਕਾਰ ਆਪਣੀ ਕੁਦਰਤ ਆਪੇ ਜਾਣੈ, ਆਪ ਦੀ ਸ਼ਕਤੀ ਨੂੰ ਤੂੰ ਆਪ ਹੀ ਜਾਣਦਾ ਹੈ। ਨਦਰੇ ਨਦਰ ਨਿਹਾਲਣਾ, ਜਿਸ ਦੇ ਅੰਦਰ ਤੂੰ ਗਿਆਨ ਵਾਲੀ ਦ੍ਰਿਸ਼ਟੀ ਖੋਲ ਦਿੱਤੀ ਹੈ, ਉਹ ਆਨੰਦ ਪ੍ਰਸੰਨ ਹੋ ਗਿਆ ਹੈ। ਸੰਤ ਸਭਾ ਜਹ ਬੈਸੈ ਪ੍ਰਭ ਪਾਸੇ, ਜਿੱਥੇ ਸ਼ਾਂਤਿਤ ਮਹਾਤਮਾ ਜਨਾਂ ਦੀ ਸੰਗਤ ਹੁੰਦੀ ਹੈ, ਇਹ ਪ੍ਰਭੂ ਤੂੰ ਉਹਨਾਂ ਦੇ ਪਾਸ ਕੋਲ ਹੀ ਬੈਠਦਾ ਹੈ। ਆਨੰਦ ਮੰਗਲ ਹਰ ਚਲਤ ਤੁਮਾਸੇ, ਸੋ ਉਹ ਜਿਹੜੇ ਸ਼ਾਂਤਿਤ ਮਹਾਤਮਾ ਨੇ, ਇਹ ਆਨੰਦਦਾਇਕ ਮੰਗਲਾਂ ਦੇ ਕਰਨ ਵਾਲੀ ਹਰੀ ਪ੍ਰਭੂ ਤੇਰੇ ਆਸ਼ਚਰਜ ਕੌਤਕ ਤੇ ਤਮਾਸ਼ੇ ਨੇ ਵੇਖ ਕੇ ਪ੍ਰਸੰਨ ਹੋ ਰਹੇ ਹਨ। ਇਸੇ ਪ੍ਰਕਾਰ ਸੰਤ ਸਭਾ ਜਹ ਬੈਸੈ ਪ੍ਰਭ ਪਾਸੇ, ਜਿੱਥੇ ਸੰਤਾਂ ਦੀ ਸੰਗਤ ਭਜਨ ਸੁਣਨ ਲਈ ਬੈਠਦੀ ਹੈ, ਤੂੰ ਉਹਨਾਂ ਦੇ ਪਾਸ ਹੀ ਰਹਿੰਦਾ ਹੈ। ਜੋ ਸਭ ਸੰਸਾਰ ਤੋਂ ਪਾਸੇ ਹੋ ਜਾਂਦਾ, ਤੂੰ ਉਸ ਸ਼ਾਂਤਿਤ ਮਹਾਤਮਾ ਦੇ ਹਿਰਦੇ ਰੂਪੀ ਸਭਾ ਵਿੱਚ ਬੈਠਦਾ ਹੈ। ਆਨੰਦ ਮੰਗਲ ਹਰ ਚਲਤ ਤੁਮਾਸੇ, ਇਹ ਆਨੰਦ ਸਰੂਪ ਪ੍ਰਭੂ ਜੋ ਤੇਰੇ ਮੰਗਲ ਗਾਉਂਦੇ ਨੇ, ਉਹਨਾਂ ਨੂੰ ਐਸਾ ਕੌਤਕ ਵਰਤਾਉਂਦਾ ਹੈ ਕਿ ਉਹਨਾਂ ਨੂੰ ਸਾਰਾ ਸੰਸਾਰ ਇੱਕ ਬਾਜੀਗਰ ਦੇ ਤਮਾਸ਼ੇ ਦੀ ਤਰ੍ਹਾਂ ਪ੍ਰਤੀਤ ਹੁੰਦਾ ਹੈ। ਗੁਣ ਗਾਵੇ ਅਨਹਦ ਧੁਨ ਬਾਣੀ, ਜੋ ਸੰਤ ਜਨ ਸੁੰਦਰ ਬਾਣੀ ਦੁਆਰਾ ਇੱਕ ਰਸ ਦੇ ਗੁਣ ਗਾਉਣਾ ਕਰਦੇ ਹਨ। ਤਹ ਨਾਨਕ ਦਾਸ ਜਿਤਾਰਣਾ, ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਕਿ ਮੈਂ ਸੇਵਕ ਵੀ ਉੱਥੇ ਉਹਨਾਂ ਦੀ ਸੰਗਤ ਵਿੱਚ ਮਿਲ ਕੇ ਤੇਰੇ ਜਸ ਨੂੰ ਯਾਦ ਕਰਦਾ ਰਹਾ। ਆਵਣ ਜਾਣਾ ਸਭ ਚਲਤ ਤੁਮਾਰਾ, ਇਹ ਪ੍ਰਭੂ ਜੋ ਵੀ ਸੰਸਾਰ ਵਿੱਚ ਜੀਵਨ ਦਾ ਜੰਮ ਕੇ ਆਉਣਾ ਅਤੇ ਮਰ ਕੇ ਜਾਣਾ ਹੋ ਰਿਹਾ ਹੈ, ਇਹ ਸਾਰਾ ਤੇਰਾ ਹੀ ਇੱਕ ਕੌਤਕ ਰਚਿਆ ਹੋਇਆ ਹੈ। ਘਰ ਘਰ ਦੇਖੈ ਖੇਲ ਪਾਰਾ, ਇਹ ਪਾਰਾਵਾਰ ਤੋਂ ਰਹਿਤ ਪ੍ਰਭੂ, ਤੂੰ ਆਪ ਹੀ ਸੰਸਾਰ ਖੇਲ ਨੂੰ ਉਤਪਤ ਕਰਕੇ ਫਿਰ ਪਾਲਣਾ ਕਰਕੇ ਦੇਖ ਰਿਹਾ ਹੈ। ਇਸੇ ਪ੍ਰਕਾਰ ਘਰ ਘਰ ਦੇਖੈ ਖੇਲ ਅਪਾਰਾ, ਇਹ ਅਪਾਰ ਪ੍ਰਭੂ ਜੋ ਤੇਰਾ ਨਾਮ ਸਰਵਣ ਕਰਕੇ ਫਿਰ ਮੰਨਣ ਕਰਕੇ ਤੇਰੇ ਸਰੂਪ ਨੂੰ ਦੇਖ ਲੈਂਦੇ ਨੇ, ਉਹ ਸੰਸਾਰ ਨੂੰ ਖੇਲ ਮਾਤਰ ਹੀ ਸਮਝਦੇ ਹਨ। ਆਪੇ ਪਾਏ ਪਾਵਨ ਹਾਰਾ, ਇਹ ਸਿਰਜਣਹਾਰ ਪ੍ਰਭੂ ਤੂੰ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਫਿਰ ਆਪ ਦਾ ਆਪਣਾ ਕੀਆ ਪਾਲਣਾ, ਆਪ ਦਾ ਪੈਦਾ ਕੀਤਾ ਸੰਸਾਰ ਆਪ ਹੀ ਪਾਲਣਾ ਕਰਦਾ ਹੈ। ਸੋਣ ਸੋਣ ਜੀਵਾ ਸੋਏ ਤੁਮਾਰੀ, ਇਹ ਪ੍ਰਭੂ ਮੈਂ ਤੇਰੀ ਸ਼ੋਭਾ ਨੂੰ ਸ਼ਰਧਾ ਤੇ ਵਿਸ਼ਵਾਸ ਰੂਪ ਕੰਨਾਂ ਨਾਲ ਸੁਣ ਸੁਣ ਕੇ ਜਿਉਂਦਾ ਹਾਂ। ਸਦਾ ਸਦਾ ਜਾਈ ਬਲਹਾਰੀ, ਮੈਂ ਹਮੇਸ਼ਾ ਹਮੇਸ਼ਾ ਤੇਰੇ ਤੋਂ ਕੁਰਬਾਨ ਬਲਿਹਾਰ ਜਾਂਦਾ ਹਾਂ। ਦੋਏ ਕਰ ਜੋੜਾ ਸਿਮਰੋ ਦਿਨ ਰਾਤੀ, ਮੈਂ ਆਪਦੇ ਦੋਵੇਂ ਹੱਥ ਜੋੜ ਕੇ ਇਹ ਵਾਹਿਗੁਰੂ ਤੈਨੂੰ ਦਿਨ ਰਾਤ ਸਿਮਰਦਾ ਰਹਾਂ। ਇਹ ਮੇਰੀ ਅਰਦਾਸ ਹੈ ਤੇਰੇ ਚਰਨਾਂ ਵਿੱਚ। ਮੇਰੇ ਸੁਆਮੀ ਅਗਮੈ ਪਾਰਣਾ, ਇਹ ਮਨ ਕਰਕੇ ਗਮਦਾ ਤੋਂ ਰਹਿਤ ਤੇ ਪ੍ਰਕਿਰਤੀ ਦੇ ਪਾਰਵਾਰ ਤੋਂ ਰਹਿਤ ਮੇਰੇ ਮਾਲਕ ਪ੍ਰਭੂ, ਮੇਰੇ ਤੇ ਕਿਰਪਾ ਕਰ। ਮੈਂ ਆਪਣਾ ਮਨ ਬੁੱਧ ਰੂਪ
ਕੇ ਦਿਨ ਰਾਤ ਦੁਇ ਕਰ ਜੋੜ ਕਰਮ ਅਰਦਾਸ ਪ੍ਰਭ ਭਾਵੈ ਤਾਂ ਆਣੇ ਰਾਸ। ਹਮੇਸ਼ਾ ਹੀ ਮੈਂ ਤੇਰੇ ਨਾਮ ਨੂੰ ਸਿਮਰਦਾ ਰਹਾ। ਦੁੱਧ ਬਿਨ ਦੂਜੇ ਕਿਸ ਸਾਲਾਹੀ। ਇਹ ਪ੍ਰਭੂ ਤੇਥੋਂ ਬਿਨਾ ਮੈਂ ਹੋਰ ਦੂਜੇ ਕਿਸ ਨੂੰ ਸਲਾਹ ਨਾ ਕਰਾਂ। ਭਾਵ ਹੋਰ ਕੋਈ ਸਿਫਤ ਕਰਨ ਦੇ ਲਾਇਕ ਹੀ ਨਹੀਂ ਹੈ। ਜਿਹੜੀ ਸਿਫਤ ਕਰੀਏ ਮੁੜ ਕੇ ਉਹ ਪੂਰਾ ਨਹੀਂ ਉਤਰਦਾ, ਫਿਰ ਉਹਦੇ ਤੋਂ ਸ਼ਰਧਾ ਟੁੱਟ ਜਾਂਦੀ ਹੈ। ਸੋਚੀਦਾ ਬਣਾ ਇਹਦੇ ਨੂੰ ਤਾਂ ਰੱਬ ਦੀ ਸਿਫਤ ਕੀਤੀ ਹੁੰਦੀ ਤਾਂ ਚੰਗਾ ਸੀ। ਸਕੇ ਧੀ ਪੁੱਤ ਮਾੜੇ ਨਿਕਲ ਆਉਂਦੇ ਨੇ ਜਦ ਜਵਾਬ ਦੇ ਦਿੰਦੇ ਨੇ। ਇਸ ਲਈ ਕਿਹੜੀ ਸਿਫਤ ਕਰੀਏ? ਸਿਫਤ ਕਰਨ ਦੇ ਲਾਇਕ ਤਾਂ ਤੂੰ ਹੀ ਹੈ। ਏਕੋ ਏਕਾਇ ਜਪੀ ਮਨ ਮਾਹੀ। ਮੈਂ ਤਾਂ ਇੱਕੋ ਇੱਕ ਤੈਨੂੰ ਹੀ ਆਪਣੇ ਮਨ ਹਿਰਦੇ ਵਿੱਚ ਜਪਣਾ ਕਰਦਾ ਹਾਂ। ਹੁਕਮ ਬੂਝ ਜਨ ਭਏ ਨਿਹਾਲਾ। ਇਹ ਪ੍ਰਭੂ ਤੇਰੇ ਦਾਸ ਤੇਰੇ ਹੁਕਮ ਨੂੰ ਸਮਝ ਕੇ ਆਨੰਦ ਪ੍ਰਸੰਨ ਹੋਏ ਹਨ। ਇਹ ਭਗਤਾਂ ਕੀ ਕਾਲਣਾ। ਇਹ ਤੇਰੇ ਸੇਵਕਾਂ ਦੀ ਘਾਲ ਕਮਾਈ ਹੈ। ਗੁਰ ਉਪਦੇਸ ਜਪੀਐ ਮਨ ਸਾਚਾ। ਇਹ ਭਾਈ ਗੁਰਾਂ ਦੇ ਬਚਨਾਂ ਸਿੱਖਿਆ ਦੁਆਰਾ ਆਪਣੇ ਮਨ ਹਿਰਦੇ ਵਿੱਚ ਸੱਚਾ ਨਾਮ ਜਪਣਾ ਕਰੀਏ। ਗੁਰ ਉਪਦੇਸ ਰਾਮ ਰੰਗ ਰਾਚਾ। ਗੁਰਾਂ ਦੇ ਬਚਨਾਂ ਸਿੱਖਿਆ ਦੁਆਰਾ ਆਪ ਦਾ ਮਨ ਰਾਮ ਪਰਮੇਸ਼ਰ ਦੇ ਰੰਗ ਪ੍ਰੇਮ ਦੇ ਵਿੱਚ ਰਚ ਜਾਂਦਾ ਹੈ। ਗੁਰ ਉਪਦੇਸ ਟੁੱਟਹਿ ਸਭ ਬੰਧਨ। ਗੁਰਾਂ ਦੇ ਬਚਨ ਸਿੱਖਿਆ ਦੁਆਰਾ ਕਰਤਾ ਭਗਤਾ ਹਗਦਾ ਮਮਤਾਲਕ ਦੇ ਸਾਰੇ ਜੰਜਾਲ ਟੁੱਟ ਜਾਂਦੇ ਹਨ। ਇਹੋ ਭਰਮ ਮੋਹ ਪਰ ਜਾਲਣਾ। ਅਤੇ ਇਹ ਅਲਪਾਕ ਗੁਣੇ ਦਾ ਭਰਮ ਤੇ ਸਰੀਰਾਂ ਦਾ ਮੋਹ ਵੀ ਪਰ ਵਿਸ਼ੇਸ਼ ਕਰਕੇ ਬ੍ਰਹਮ ਅਭਿਆਸ ਰੂਪ ਅਗਨੀ ਨਾਲ ਸਾੜਨਾ ਕਰੀਦਾ ਹੈ। ਜਹ ਰਾਖੈ ਸੋਈ ਸੁਖ ਥਾਨਾ। ਇਹ ਪ੍ਰਭੂ ਜਿੱਥੇ ਵੀ ਤੂੰ ਰੱਖਣਾ ਕਰੇ ਸਾਡੇ ਲਈ ਉਹੀ ਸੁੱਖ ਵਾਲਾ ਸਥਾਨ ਹੈ। ਜਿੱਥੇ ਰੱਖੈ ਬੈਕੁੰਠ ਤਥਾਈ। ਸਹਿਜੇ ਹੋਏ ਸੋਈ ਭਲ ਮਾਨਾ। ਕੁਝ ਸੁਤੇ ਸਿੱਧ ਹੁੰਦਾ ਹੈ। ਗੁਰਮੁਖਾਂ ਨੇ ਉਹੀ ਚੰਗਾ ਕਰਕੇ ਮੰਨਣਾ ਕੀਤਾ ਹੈ। ਬਿਨ ਸੇ ਬੈਰ ਨਾਹੀ ਕੋ ਬੈਰੀ। ਗੁਰਮੁਖਾਂ ਦੇ ਹਿਰਦੇ ਅੰਦਰੋਂ ਦੁਸ਼ਮਣੀ ਵਾਲਾ ਭਾਵ ਨਾਸ਼ ਹੋ ਗਿਆ ਹੈ। ਉਹਨਾਂ ਦਾ ਕੋਈ ਵੀ ਦੁਸ਼ਮਣ ਨਹੀਂ ਹੈ, ਨਾ ਕੋ ਬੈਰੀ ਨਹੀਂ ਬੇਗਾਨਾ। ਸਗਲ ਸੰਗ ਹਮਕੋ ਬਨ ਆਈ। ਸਭ ਏਕੋ ਹੈ ਪਾਲਣਾ। ਉਹ ਸਾਰੀਆਂ ਥਾਵਾਂ ਵਿੱਚ ਅਦੁੱਤੀ ਬ੍ਰਹਮ ਨੂੰ ਹੀ ਖੋਜਣਾ ਕਰਦੇ ਹਨ। ਡਰ ਚੁੱਕੇ ਬਿਨ ਸੇ ਅੰਧਿਆਰੇ। ਉਹਨਾਂ ਦਾ ਯਾਮਾਦਿਕਾਂ ਦਾ ਡਰ ਖੌਫ ਚੁੱਕਿਆ ਗਿਆ ਹੈ। ਅਤੀ ਅਗਿਆਨ ਦਾ ਹਨੇਰਾ ਵੀ ਨਾਸ਼ ਹੋ ਗਿਆ ਹੈ। ਪ੍ਰਗਟ ਭਏ ਪ੍ਰਭ ਪੁਰਖ ਨਿਰਾਰੇ। ਅਸੰਗ ਅਤੇ ਪੂਰਨ ਪ੍ਰਭੂ ਜੀ ਉਹਨਾਂ ਦੇ ਹਿਰਦੇ ਅੰਦਰ ਪ੍ਰਤੱਖ ਹੋਏ ਹਨ। ਆਪ ਛੋੜ ਪਏ ਸਰਣਾਈ। ਜਦ ਗੁਰਮੁਖ ਆਪਾ ਭਾਵ ਹੰਕਾਰ ਛੱਡ ਕੇ ਪ੍ਰਭੂ ਦੀ ਸ਼ਰਨ ਵਿੱਚ ਪਏ। ਜਿਸ ਕਾ ਸਾਥ ਕਾਲਣਾ। ਤਦੋਂ ਜਿਸ ਪ੍ਰਭੂ ਦਾ ਇਹ ਸਭ ਖੇਲ ਸੀਗਾ, ਇਸ ਨੇ ਗੁਰਮੁਖਾਂ ਦੀ ਕੀਤੀ ਹੋਈ ਭਗਤੀ ਰੂਪ ਕਮਾਈ ਥਾਈ ਪਾ ਲਈ। ਐਸਾ ਕੋ ਵਡ ਭਾਗੀ ਆਇਆ। ਇਹ ਭਾਈ ਅਜਿਹਾ ਕੋਈ ਹੀ ਵੱਡੇ ਭਾਗਾਂ ਵਾਲਾ ਉੱਤਮ ਪੁਰਖ ਸੰਸਾਰ ਵਿੱਚ ਆਇਆ ਹੈ। ਆਠ ਪੈਰ ਜਿਨ ਖਸਮ ਤੇ ਆਇਆ। ਜਿਸ ਮਨੁੱਖ ਨੇ ਅਠੇ ਪਹਿਰ ਆਪਣੇ ਮਾਲਕ ਪਰਮੇਸ਼ਰ ਨੂੰ ਸਿਮਰਨ ਕੀਤਾ ਹੈ। ਤਿਸ ਜਨ ਕੈ ਸੰਗ ਤਰ ਸਭ ਕੋਈ। ਇਸ ਪੁਰਖ ਦੇ ਨਾਲ ਸੰਗਤ ਕਰਨ
ਸਭ ਕੋਈ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ। ਸੋ ਪਰਵਾਰ ਸੁਧਾਰਣਾ, ਉਹ ਆਪਣੇ ਪਰਿਵਾਰ ਨੂੰ ਵੀ ਸੁਧਾਰ ਲੈਂਦਾ ਹੈ, ਜਾਂ ਇੰਦਰੀਆਂ ਰੂਪ ਪਰਿਵਾਰ ਨੂੰ ਵੀ ਸੁਧਾਰ ਲੈਂਦਾ ਹੈ। ਇਹ ਬਖਸ਼ੀ ਸਾਇ ਖਸਮ ਤੇ ਪਾਵਾ, ਇਹ ਬਖਸ਼ਿਸ਼ ਮਾਲਕ ਪ੍ਰਭੂ ਤੋਂ ਹੀ ਪਾਉਣਾ ਕਰ। ਆੜ ਪਹਿਰ ਕਰ ਜੋੜਤ ਆਵਾ, ਸੋ ਅਠੇ ਪਹਿਰ ਦਿਨ ਰਾਤ ਉਸ ਦੇ ਨਾਮ ਨੂੰ ਆਪਣੇ ਪ੍ਰਤੱਖ ਜਾਂ ਮਨ ਬੁੱਧ ਨੂੰ ਹੱਥ ਜੋੜ ਕੇ ਸਿਮਰਦਾ ਰਹਾ। ਨਾਮ ਜਪੇ ਨਾਮ ਸਹਿਜ ਸਮਾਵਾ, ਮੈਂ ਨਾਮ ਨੂੰ ਹੀ ਜਪਣਾ ਕਰਾਂ, ਨਾਮ ਕਰਕੇ ਸ਼ਾਂਤ ਸਰੂਪ ਦੇ ਵਿੱਚ ਸਮਾ ਜਾਵਾਂ। ਨਾਮ ਨਾਨਕ ਮਿਲੈ ਉਚਾਰਣਾ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਮੈਨੂੰ ਪ੍ਰਭੂ ਦਾ ਨਾਮ ਜਪਣਾ ਹੀ ਮਿਲਣਾ ਕਰੇ। ਮਾਰੂ ਮਹਲਾ ਪੰਜਵਾ, ਪੰਜਵੀਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਪਾਵਨ ਸ਼ੁਭ ਉਪਦੇਸ਼ ਉਚਾਰਨ ਕਰ ਰਹੇ ਨੇ। ਇੱਕ ਕੋਈ ਰਜੋਗੁਣੀ ਬਿਰਤੀ ਵਾਲਾ ਮਨੁੱਖ ਸਾਫ਼ ਪਾਣੀ ਵਿੱਚ ਆਪਣਾ ਮੂੰਹ ਵੇਖ ਕੇ ਬਾਰ-ਬਾਰ ਆਪਣੀ ਪੱਗ, ਆਪਣੀ ਦਾੜੀ, ਆਪਣੀਆਂ ਮੁੱਛਾਂ ਸੰਭਾਲ ਰਿਹਾ ਸੀ। ਕਈਆਂ ਦਾ ਜਨਾਨੀਆਂ ਵਾਲਾ ਸੁਭਾਅ ਹੁੰਦਾ ਹੈ, ਜੇਬ 'ਚ ਹੀ ਸ਼ੀਸ਼ਾ ਰੱਖਿਆ ਹੁੰਦਾ, ਮਿੰਟ ਕੁ ਬਾਅਦ ਉਹ ਬੁੱਧਿਆਂ ਜਾਂਦੇ ਕੰਗੀ ਕਰਨਗੇ, ਮਿੰਟ ਕੁ ਬਾਅਦ ਆਪਣਾ ਮੂੰਹ ਸਵਾਰਨਗੇ। ਉਹ ਆਪਣੀ ਦੇਹ ਤੇ ਸ਼ਕਲ ਨੂੰ ਵੇਖ ਵੇਖ ਕੇ ਖੁਸ਼ ਹੋ ਰਿਹਾ ਸੀ। ਕਦੋਂ ਦੇ ਪਰਤਾਏ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਸ਼ਬਦ ਉਚਾਰ ਰਹੇ ਨੇ। ਸੂਰਤ ਦੇਖਾਂ ਨਾ ਭੂਲ ਗਵਾਰਾ, ਕੀ ਪਤਾ ਰਾਹ ਜਾਂਦਿਆਂ ਕੋਈ ਐਕਸੀਡੈਂਟ ਹੀ ਹੋ ਜਾਏ, ਰੱਬ ਨਾ ਕਰੇ। ਇਸ ਲਈ ਇਹ ਮੂਰਖ ਮਨੁੱਖਾ, ਤੂੰ ਆਪਦੀ ਜਾਂ ਹੋਰਨਾਂ ਦੀ ਸੁੰਦਰ ਸ਼ਕਲ ਵੇਖ ਕੇ ਵਾਹਿਗੁਰੂ ਤੋਂ ਨਾ ਭੁੱਲ, ਪਰਮਾਤਮਾ ਨੂੰ ਯਾਦ ਕਰ। ਜਿਵੇਂ ਕਬੀਰ ਸਾਹਿਬ ਜੀ ਨੇ ਇੱਕ ਪਠਾਨ ਦੇ ਬੱਚੇ ਨੂੰ ਬਾਰ-ਬਾਰ ਪੱਗ ਸਵਾਰਦਿਆਂ ਕਿੰਨੇ ਘੰਟੇ ਉਹ ਪੱਗ ਹੀ ਸਵਾਰਦਾ ਰਹਿੰਦਾ, ਉਹਨੂੰ ਵੇਖ ਕਰਕੇ ਤੇ ਕਹਿਣਾ ਵੀ ਗੁਰਮੁਖਾ, ਜੇ ਤੂੰ ਇੰਨਾ ਸਮਾਂ ਰੱਬ ਦਾ ਨਾਮ ਜਪੇ, ਤੇਰਾ ਸਮਾਂ ਸਫਲ ਹੋ ਜਾਏ। ਤੂੰ ਸ਼ੀਸ਼ੇ 'ਤੇ ਬੈਠਾ ਰਹਿੰਦਾ ਹੈ। ਸ਼ੀਸ਼ਾ ਤਾਂ ਵੈਸੇ ਸੰਤ ਮਹਾਂਪੁਰਖ ਉਹ ਵੇਖਣਾ ਪਸੰਦ ਨਹੀਂ ਕਰਦੇ, ਪਰ ਜੇ ਵੇਖਣਾ ਵੀ ਹੈ ਤਾਂ ਮਾੜਾ ਮੋਟਾ 2-4 ਮਿੰਟ, ਤਾਂ ਕਿ ਫਰਦਾ ਨਾ ਨਿਕਲੇ ਜਾਂ ਆਸੇ ਪਾਸੇ ਲੜ ਨਾ ਜਾਏ, ਤੇ ਆਪ ਦਾ ਚੰਗੀ ਤਰ੍ਹਾਂ ਸਵਾਰ ਕੇ 2-4 ਮਿੰਟਾਂ ਦੀ 5-7 ਮਿੰਟਾਂ ਦੀ ਕੰਮ ਨਿਬੇੜ ਲੈ। ਬਾਰ-ਬਾਰ ਢਾਹ ਕੇ ਪੱਗ ਬੰਨੀ ਜਾਣੀ, ਜਾਂ ਆਪਦੇ ਬੋਧੀ ਨੂੰ ਸਵਾਰੀ ਜਾਣਾ, ਜਾਂ ਮੂੰਹ ਨੂੰ ਸਵਾਰੀ ਜਾਣਾ, ਇਹ ਬੀਬੀਆਂ ਵਾਲਾ ਕੰਮ ਹੈ, ਮਰਦਾਂ ਵਾਲਾ ਕੰਮ ਨਹੀਂ ਹੈ। ਕਬੀਰ ਸਾਹਿਬ ਨੂੰ ਉਹਨੇ ਗਾਲਾਂ ਕੱਢਣੀਆਂ, ਕਹਿਣਾ ਜਾ ਤੂੰ ਜਲਾਇਆ ਹੈ, ਤੈਨੂੰ ਕੀ ਪਤਾ, ਅਸੀਂ ਨੌਜਵਾਨ ਪਠਾਣਾਂ ਦੇ ਬੱਚੇ ਹਾਂ, ਸਾਨੂੰ ਸਾਰਿਆਂ ਵੇਖਣਾ ਹੁੰਦਾ, ਤੂੰ ਆਪ ਦਾ ਕੰਮ ਕਰ। ਕਹਿੰਦੇ ਅੱਛਾ ਜੀ, ਪਰ ਕਬੀਰ ਜੀ ਨੇ ਆਪਦੇ ਸੁਭਾਅ ਮੁਤਾਬਕ ਉਹਨੂੰ ਸਮਝਾਉਣਾ ਜ਼ਰੂਰ, ਉਹਨੇ ਆਖੇ ਨਾ ਲੱਗਣਾ ਜੀ। ਇੱਕ ਵਾਰ ਕਬੀਰ ਸਾਹਿਬ ਜੀ ਜੰਗਲ ਵਿੱਚ ਸੈਰ ਲਈ ਗਏ ਹੋਏ, ਉਹਨਾਂ ਕੀ ਦੇਖਿਆ ਕਿ ਇੱਕ ਬੰਦੇ ਦਾ ਰੰਗ ਪਿਆ ਹੈ, ਤੇ ਜਿਹੜਾ ਕਾਂ ਹੈ ਉਹਦੇ ਸਿਰ ਵਾਲੇ ਪਾਸੇ ਇੱਕ ਰੰਗ ਦੇ ਉੱਪਰ ਬੈਠਾ ਹੋਇਆ, ਆਪਦੀ ਗੰਦਗੀ ਵਾਲੀ ਲਿਬੜੀ ਹੋਈ ਚੁੰਝ ਨੂੰ ਸੱਜੇ ਖੱਬੇ ਕਰਕੇ ਉਹਦੇ ਤੇ ਪੂੰਝ ਰਿਹਾ, ਉਹਨੂੰ ਆਪਦੀ ਚੁੰਝ ਨੂੰ ਸਵਾਰ ਰਿਹਾ ਹੈ, ਗੰਦਗੀ ਵਾਲੀ ਚੁੰਝ ਨੂੰ। ਕਬੀਰ ਜੀ ਨੇ ਦਿਵ ਦ੍ਰਿਸ਼ਟੀ ਦੇ ਨਾਲ ਤੱਕਿਆ ਤਾਂ ਪਤਾ ਚੱਲਿਆ ਕਿ ਇਹ ਤਾਂ ਉਹੀ ਪਠਾਨ ਪੱਠੇ ਦਾ ਰੰਗ ਹੈ, ਜਿਹੜਾ ਸਾਡੇ ਆਖੇ ਨਹੀਂ ਲੱਗਾ, ਜਿਹਨੇ ਵਚਨ ਨਹੀਂ ਮੰਨਿਆ। ਤਾਂ ਕਬੀਰ ਸਾਹਿਬ ਜੀ ਨੇ ਉੱਥੇ ਬੜਾ ਵੈਰਾਗਮਈ ਸ਼ਬਦ ਉਚਾਰਿਆ, ਜੇ ਇਹ ਸਿਰ ਰਚ ਰਚ ਬੰਧਤ ਪਾਗ, ਜਿਸ ਸਿਰ ਦੇ ਉੱਪਰ ਪੀਚ ਕੱਢ ਕੇ ਤੂੰ ਪੱਗ ਬੰਨ੍ਹਦਾ ਪਿਆ ਹੈ, ਤੇ ਇਹ ਸਿਰ ਚੁੰਝ ਸਵਾਰ ਹੈ ਕਾਗ, ਇਸ ਸਿਰ ਦੇ ਵੀ ਉੱਪਰ ਬੈਠ ਕਰਕੇ ਗੰਦਗੀ ਵਾਲੀ ਚੁੰਝ ਇੱਕ ਕਾਂ ਸਵਾਰ ਰਿਹਾ ਹੈ।
इस धन धन को क्या कर भैया, राम नाम काये न दृढ़िया। ये शरीर का ते धन का भाई की हंकार करना, ते तू वाहिगुरु रमंती सा रामा प्रभु परमात्मा का नाम क्यों नहीं दृढ़ कर रहा है। भगत बाणी विच होर ताई भी उपदेश है कि रूप देख देख नारी, स्त्री या पुरुष आपका रूप वेख वेख करके ही मार रहे हैं। कहने तो भाव ही है कि आपका चेहरा मोहरा साफ सुथरा रखने का कोई हर्ज नहीं, कोई बुलामा नहीं, पर घंटिया बंदी शीशे अगे सवारन का भी कोई मतलब नहीं रह जाता। ये सारा समय ही आपके मुँह सिर सवारन के कई ने पैकेज लए होंगे 3-3, 4-4 हज़ार के अगे सौरी जाना। नाई ਨੂੰ ਗੱਪਿਆਂ ਦੇ ਗੱਪੇ नाले पैसे ਦਿੰਦੇ ਨੇ, नाले केसां ਦੀ बेदबी करवाते हैं, नाले केसां ਨੂੰ रंगते हैं। कई कुछ कोई कुंडल पाउंदा है, कोई कुछ करता, कोई कुछ करता। ये गुरमत तो उल्ट है। एक बार मैनूं याद है कि महापुरख बाबा ठाकुर सिंह साहब ने शीशा फड़ के वगाता सड़क ते मारिया। आ 7 फेस दी लाइटां दे नाल जिथे फुल्लां वाले बैठे हुंदे ने, इतने गिल साहब की कोठी के साढ़े आसन से मैं तो सज्जा खब्बा करके बाहर निकल आया। गल पर नाम आ गए। अमृत वेले 4 फेस गुरुद्वारा साहब दीवान सी। रागी सिंह 2-4 मिनट लेट हो गए। गड्डी वाले ने हार मारिया, महापुरख थले आए, कहते गए नहीं तुसीं अजे, कीर्तन का टाइम हो रहा है, संगतां उड़ीक रही ने। देखिया भी शीशा लाया होया ते पग सवार रहे सन। पढ़िया शीशा क्या किसी को कुछ नहीं। आ सड़क के उपर वगाता मार के तोड़ दिता। कहते भी शीशा नहीं देखना, जल्दी जाओ। की होया? कुछ नहीं होया। महापुरखों का भी बाबा ठाकुर सिंह साहब भी बिना शीशे तो आपके दस्तार में सजाते। महापुरख बाबा जरनैल सिंह जी खालसा पिंडा वाले भी उन्होंने दर्शन करते रहे हैं। कोई कभी शीशे अगे नहीं सन खड़े। गुरमुख प्यारे भाई दीदार सिंह जी कितने अमृत संचार करने वास्ते 5 प्यारे में गए। जब वो बाणी सजा रहे थे तो दस्तार शीशे से सजाते हैं। किसी मेरे वर्गे ने तर्क मार दी, कहते तुम 5 प्यारे हो गए, शीशा वेच के दस्तार बन्नते हो। वो भाई दीदार सिंह ने शीशा फड़िया तो वगाता मारिया। कहते अज तो बाद लोग शीशा छड्डिया। और इन्नी सोहनी दस्तार उन्होंने होंदी सी। सो 5 प्यारिਆਂ ने फिर निजम लिया है, जिन्ना चिर सेवा निभाते रहे, कहते शीशा नहीं देखना। 5 प्यारिਆਂ का बाणा सजाना बिना शीशे तो इसलिए वैसे 2-4 मिनट देखने का कोई हर्ज नहीं है, कोई त्रैता नहीं है, पर एक लॉजिक है, एक वैराग्य उपदेश है सतगुरु अर्जन देव जी का। या भगत बाणी में बाबे फरीद ने भी आख्या है कि जड़ियाँ अखा वेखो सुरमा नहीं सन सहारदियाँ ते उन्होंने अखां के उपर ਜਿਹੜੇ ਪੰਛੀ ने उन्होंने आलना पा के ते बच्चियां दे आंडे दिते हुए ने, बच्चे दिते हुए ने। फरीद साहब ने एक दासी को कुट पैंदी देखी। आख्या बीबी तू आपकी नौकरानी को क्यों कुट रही है? कहती जा जा बाबा तू अपना काम कर, तेरा की मतलब होया बोलने का पुछण का। कहती बीबी दस तो सही, वो बेचारी रो रही है, तो उन्होंने कुट रही है, उन्होंने मार रही है। वो सी बेसवा कह लगी इन्हें मेरा सुरमा चंगी तरह कुट के उन्होंने कपड़ शाम नहीं किया, काम के बताई की है, पैसे लोग लै लेंगे ने, काम करते नहीं। इसलिए जब मैं सुरमा सिलाई में अखा में पाया तो मेरी अखा में बड़ा दुख लगा, बड़ी में झड़क पई। मैनू कुट रही है भी सुरमे चंगी तरह पीस के ते फिर नेत्रा
ਦੇ ਵਾਸਤੇ ਮੈਨੂੰ ਦੇਣਾ ਹੈ, ਰੜਕ ਨਹੀਂ ਪੈਣੀ ਚਾਹੀਦੀ। ਧੰਨ ਬਾਬਾ ਫਰੀਦ ਸਾਹਿਬ ਨੇ ਸ਼ਲੋਕ ਉਚਾਰਿਆ, ਕੱਜਲ ਰੇਖ ਨਾ ਸਹਿੰਦਿਆਂ ਸਿਰ ਪੰਖੀ ਸੋਏ ਬਜਟ। ਜਿਹੜੇ ਨੇਤਰ ਕੱਜਲ ਦੀ ਰੇਖਾ ਨੂੰ ਨਹੀਂ ਸਨ ਸਹਾਰਦੇ, ਇੱਕ ਕੱਜਲ ਦੀ ਸਿਲਾਈ ਨਹੀਂ ਸਨ ਸਹਾਰਦੇ, ਮਤਲਬ ਰੜਕ ਪੈਂਦੀ ਸੀ ਕੱਪੜੇ ਛਾਣ ਕਰਨ ਤੋਂ ਬਗੈਰ, ਸੁਰਮਾ ਚੰਗੀ ਤਰ੍ਹਾਂ ਪੀਸਣ ਤੋਂ ਬਗੈਰ। ਉਹਨਾਂ ਅੱਖਾਂ ਦੇ ਵਿੱਚ ਵੇਖੋ ਉਹ ਜਦ ਵਿੱਚੋਂ ਡੇਲੇ ਨਿਕਲ ਕੇ ਸਰਾਖ ਜਿਹੇ ਹੋ ਗਏ, ਮੋਰੀਆਂ ਜੀਆਂ ਦੇ ਵਿੱਚ ਆਚੜੀਆਂ ਕਾਵਾਂ ਕੋਇਲਾਂ ਬੱਚਿਆਂ ਨੇ ਆਪਣੇ ਬੱਚਿਆਂ ਲਈ ਉਹਨਾਂ ਨੇ ਅਲਣਾ ਬਣਾ ਕੇ ਵਿੱਚ ਆਂਡੇ ਦਿੱਤੇ, ਤੇ ਵਿੱਚ ਉਹਨਾਂ ਦੇ ਬੱਚੇ ਤਾਂ ਨੂੰ ਚੁੰਮਿਆ ਕਰਕੇ ਮੂੰਹ ਕਰਕੇ ਬੋਲ ਰਹੇ ਨੇ, ਕਹਿੰਦੇ ਆ ਦੇਖ ਲਓ ਪ੍ਰਮੁਖੋ ਤੁਸੀਂ ਗੱਲ ਹੀ ਨਾ ਮੰਨਦੇ। ਸੰਤਾਂ ਭਗਤਾਂ ਦੀ, ਰੱਬ ਦੇ ਪਿਆਰਿਆਂ ਦੀ, ਗੁਰੂਆਂ ਦੀ, ਆ ਵੇਖ ਲਓ ਤੁਹਾਡੇ ਸਾਹਮਣੇ। ਜਨ ਭਗਤਨ ਕੋ ਕਹੋ ਨਾ ਮਾਨੋ ਕੀ ਆਪਣੋ ਕੋਈ। ਇਸ ਲਈ ਸਰੀਰ ਸਵਾਰਨ ਦਾ ਬਹੁਤਾ ਲਾਭ ਨਹੀਂ ਮਿਲਦਾ। ਕਬੀਰ ਗਰਭ ਨਾ ਕੀਜੀਏ ਦੇਹੀ ਦੇਖ ਸੋ ਰੰਗ, ਆਜ ਕਾਲ ਤਜ ਜਾਹੂੰਗੇ ਜਿਉਂ ਕੰਜਰੀ ਹੋਏ ਹੋंगे। कबीर लूटना है ता लूट ले, राम नाम है लूट, फिर पाशे पछताओगे प्राण चाहे भी छूट। रब का नाम नहीं बोलना चाहिए। सतगुरु कबीर दशमेश पिता श्री गुरु गोबिंद सिंह साहब जी महाराज गुरुद्वारा पौंडा साहब विखे एक दरबार साहब के नज़दीक ही दस्तार वाला गुरुद्वारा साहब, जिथे महाराज ਸਿੰਘਾਂ ਨੂੰ ਦਸਤਾਰਾਂ ਸਜਾਉਂਦੇ ਹੁੰਦੇ। ਜਿਹਦੀ ਵਧੀਆ ਦਸਤਾਰ ਹੁੰਦੀ ਉਹਨੂੰ ਮਹਾਰਾਜ ਇਨਾਮ ਦਿਆ ਕਰਦੇ। ਮਤਲਬ ਦਸਤਾਰ ਸੁੰਦਰ ਸੁਨੱਖੀ ਹੋਣੀ ਚਾਹੀਦੀ। ਨਿਹੰਗ ਸਿੰਘ ਜੋ ਫਰਲੇ ਵਾਲੇ ਗੁਰਮੁਖ ਪਿਆਰੇ ਨੇ, ਉੱਚੀਆਂ ਉੱਚੀਆਂ ਦਮਾਲੇ ਵਾਲੀਆਂ ਸੋਹਣੀਆਂ ਗੁੰਮਤ ਵਾਲੀਆਂ ਦਸਤਾਰਾਂ ਸਜਾਉਂਦੇ ਨੇ। ਉਹ ਕਿੰਨਾ ਕਿੰਨਾ ਚਿਰ ਦਸਤਾਰ ਸਜਾਉਂਦੀਆਂ ਲਗਾ ਦਿੰਦੇ ਨੇ। ਇੱਕ ਨਿਹੰਗ ਸਿੰਘ ਜਿਹੜਾ ਜੋੜ ਮੇਲਿਆਂ ਦੀ ਆਮ ਹੀ ਦਰਸ਼ਨ ਦਿੰਦਾ, ਕਈ ਵਾਰ ਉਹਨੂੰ ਪੁੱਛਿਆ ਕਹਿੰਦਾ 35 ਕਿਲੋ ਦੀ ਦਸਤਾਰ ਹੈ ਮੇਰੀ, ਕਈ ਵਾਰ ਪੁੱਛਿਆ ਕਹਿੰਦਾ 40 ਕਿਲੋ ਦੀ, ਇੱਕ ਵਾਰ ਕਹਿੰਦਾ ਹੁਣ 80 ਕਿਲੋ ਦੀ ਹੋ ਗਈ। ਹੁਣ ਫਿਰ ਪਿੱਛੇ ਜੇ ਮਸਲਾ ਮਿਲਿਆ ਸੀ, ਕਹਿੰਦਾ ਹੁਣ ਮੇਰੀ ਮਾਂ ਨੇ ਆਖਿਆ ਵੀ ਤੂੰ ਘਟਾ ਦੇ, ਫਿਰ ਮੈਂ 30 ਕਿਲੋ ਤੇ ਲੈ ਆਂਦੀ ਹੈ। ਮੈਂ ਕਿਹਾ ਵੀ ਇਹ ਟਾਈਮ ਬੜਾ ਲੱਗਦਾ ਹੋਊਗਾ। ਕਹਿੰਦਾ ਹਾਂ ਰਾਤ 2 ਵਜੇ ਉੱਠੀਦਾ, 6 ਵਜੇ ਤੱਕ ਤਿਆਰ ਹੋਈਦਾ। ਉਹਨੇ ਕੀ ਕੀਤਾ ਹੋਇਆ, ਤੁਸੀਂ ਬੁੱਢਾ ਦਲ ਸੰਪਰਦਾ ਦੇ ਗੁੜ ਕੇ ਵੇਖੋਗੇ, ਉਹਦੇ ਉੱਪਰ ਬਾਣੀ ਦੇ ਵਿੱਚ ਇੱਕ ਦਮਾਲੇ ਦੇ ਸ਼ਬਦਾਂ ਦਾ ਪ੍ਰਕਰਨ ਹੈ। ਮਤਲਬ ਦਸਤਾਰ ਸਜਾਉਂਦਿਆਂ ਵੀ ਨਿਹੰਗ ਸਿੰਘ ਸ਼ਬਦ ਪੜ੍ਹਦੇ ਨੇ। ਇਹ ਜਿਹੜੇ ਗੁਰਮੁਖ ਪਿਆਰੇ ਨੇ, ਗੁਰੂ ਦੇ ਸਨਮੁਖ ਨੇ, ਰੱਬ ਦਾ ਨਾਮ ਜਪਣ ਵਾਲੇ ਪ੍ਰੇਮੀ ਅਭਿਆਸੀ ਨੇ, ਉਹਦਾ ਆਪ ਦਾ ਸਮਾਂ ਫਜ਼ੂਲ ਜਾਣ ਹੀ ਨਹੀਂ ਦਿੰਦੇ। ਪਿੰਡਾਂ ਵਾਲੇ ਸੰਤ ਪਤਾ ਨਹੀਂ ਹਜ਼ਾਰਾਂ ਵਾਰ ਇਤਨਾ ਹੱਥ ਮਾਂਜਦੇ। ਸੰਤ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਜੰਗਲ ਜਾਣ ਤੋਂ ਬਾਅਦ ਸਵਾ ਡੇਢ ਘੰਟਾ ਰੇਤ ਨਾਲ ਹਾਥੀ ਮਾਂਜਦੇ ਰਹਿੰਦੇ। ਇੱਕ ਨੇ ਰੇਤ ਪਾਈ ਜਾਣੀ, ਦੂਜੇ ਨੇ ਪਾਣੀ ਪਾਈ ਜਾਣਾ, 1.5 ਘੰਟਾ ਸਮਾਂ ਖਰਾਬ ਨਹੀਂ ਕਰਨਾ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਵਸੀ ਵੀ ਸੱਚ। ਵਾਹਿਗੁਰੂ ਇਹ ਮੂਲ ਮੰਤਰ ਗੁਰੂ ਮੰਤਰ ਦਾ ਜਾਪ ਗਿੱਲੀ ਨੱਪੀ ਰੱਖਣਾ। ਕਿਉਂ ਤਿਆਰੀ ਕਰਦੇ ਹਾਂ, ਜਪਜੀ ਸਾਹਿਬ ਦੇ ਜਾਪ ਸਾਹਿਬ ਦਾ ਪਾਠ ਹੋ ਜਾਂਦਾ, ਗੁਰਦੁਆਰੇ ਆਉਂਦੇ ਆ ਜੋ ਸਵਈਏ ਤੇ ਚੌਪਈ ਸਾਹਿਬ ਹੋ ਜਾਂਦਾ। 2 ਮਿੰਟ ਬੈਠੋ, ਆਨੰਦ ਸਾਹਿਬ ਕੋਲ ਆਪਦੀ ਅਰਦਾਸ ਕਰੋ, ਇਹ ਜਾ ਕੇ ਪਰੌਂਠਾ ਖਾਓ ਤੇ ਆਪਦੇ ਪੜ੍ਹਨ ਜਾਓ। ਸਕੂਲੇ ਜਾਓ, ਟਾਈਮ ਸਿਰ 7:30-8 ਵਜੇ ਸਕੂਲ ਲੱਗ ਜਾਂਦਾ, 9 ਵਜੇ ਸਕੂਲ ਕਾਲਜ ਸ਼ੁਰੂ ਹੋ ਜਾਂਦੇ ਨੇ। ਕੋਈ ਕਾਰੋਬਾਰ ਹੈ 8, 8:30, 9 ਵਜੇ ਆਪਦੇ ਕਾਰੋਬਾਰ 'ਤੇ ਜਾਓ। ਕਿਉਂ ਬਾਣੀ ਕੰਢ ਤੇ ਪੈਸਾ ਗੰਢ ਉਹੀ ਕੰਮ ਆਉਂਦਾ ਹੈ, ਨਹੀਂ ਤੇ ਫਿਰ ਸਮਾਂ ਥੋੜ੍ਹਾ ਬਹੁਤਾ ਦਾ ਖਰਾਬ ਹੁੰਦਾ ਹੈ। ਇਹ ਲੌਜਿਕ ਦਿੱਤਾ ਇਸ ਸ਼ਬਦ ਵਿੱਚ। ਇੱਕ ਵੈਰਾਗਮਈ ਪ੍ਰਕਰਨ ਹੈ, ਇੱਕ ਅੰਗੀ ਆਪਾਂ ਗੁਣ ਲੈਣਾ ਹੈ। ਬਹੁਤੇ ਪਾਸੇ ਬਾਬਾ ਨੇ ਜਿਹੜੇ ਸ਼ਬਦ ਨੇ ਉਹ ਵੱਖਰੀ ਵੱਖਰੀ ਅਵਸਥਾ ਵਾਲਿਆਂ ਨੂੰ ਉਪਦੇਸ਼ ਹੈ।
ਬਹੁਤਾ ਘੁਮਾ ਫਿਰਾ ਕੇ ਗੱਲ ਨੂੰ ਨਹੀਂ ਸਮਝਣਾ। ਜੋ ਮਨ ਨੇ ਸਿੱਧੇ ਲਫ਼ਜ਼ਾਂ 'ਚ ਲਿਖਿਆ ਉਹਨੂੰ ਵੈਰਾਗ ਦੇ ਵਿੱਚ ਲੈਣਾ ਹੈ। ਪਾਤਸ਼ਾਹ ਜੀ ਫਰਮਾਉਂਦੇ ਨੇ, ਸੂਰਤ ਦੇਖਾ ਨਾ ਭੂਲ ਗਵਾਰਾ। ਇਹ ਮੂਰਖਾ, ਤੂੰ ਆਪਦੀ ਜਾਂ ਹੋਰਨਾਂ ਦੀ, ਘਰ ਵਾਲੀ ਦੀ, ਬੱਚਿਆਂ ਦੀ ਸੁੰਦਰ ਸ਼ਕਲ ਦੇਖ ਕੇ ਕਦੀ ਵਾਹਿਗੁਰੂ ਦੇ ਨਾਮ ਨੂੰ ਨਾ ਭੁੱਲ। ਕਿਹੜੇ ਵੇਲੇ ਕੀ ਹੋ ਜਾਣਾ ਕੁਛ ਪਤਾ ਨਹੀਂ ਲੱਗਦਾ। ਮਿਥਨ ਮਹਾਰਾ ਝੂਠ ਬਸਾਰਾ। ਜੋ ਤੈਨੂੰ ਝੂਠਾ ਅਣ ਹੋਇਆ ਮੋਹ ਪ੍ਰਤੀਤ ਹੋ ਰਿਹਾ ਹੈ, ਝੂਠ ਹੀ ਫੈਲਾਓ ਫੈਲਿਆ ਹੈ। ਜਗ ਮਹਿ ਕੋਈ ਰਹਿਣ ਨ ਪਾਏ। ਇਸ ਸੰਸਾਰ ਵਿੱਚ ਕੋਈ ਵੀ ਰਹਿਣਾ ਨਹੀਂ ਪਾਉਂਦਾ ਹੈ। ਨਿਹਚਾਏ ਨਾਰਾਇਣਾ। ਕੇਵਲ ਇੱਕ ਪਰਮੇਸ਼ਰ ਹੀ ਸਦੀਵੀ ਅਚਲ ਸਰੂਪ ਹੈ। ਗੁਰ ਪੂਰੇ ਕੀ ਪਉ ਸਰਣਾਈ। ਇਹ ਭਾਈ ਇਸ ਲਈ ਪੂਰੇ ਗੁਰਾਂ ਦੀ ਸ਼ਰਨ ਵਿੱਚ ਪੈ ਜਾ। ਮੋਹ ਸੋਗ ਸਭ ਭਰਮ ਮਿਟਾਈ। ਸਰੀਰਾਂ ਦਾ ਮੋਹ, ਪਦਾਰਥਾਂ ਦੇ ਵਿਛੜਨੇ ਕਰਕੇ ਗਮ ਤੇ ਸਰੂਪ ਦੇ ਸਾਰੇ ਭਰਮ ਨੂੰ ਮਿਟਾ ਦੇ ਜਾਂ ਗੁਰੂ ਜੀ ਮੇੜ ਦਿੰਦੇ ਹਨ। ਏਕੋ ਮੰਤਰ ਦਰੜਾਏ ਔਖਦ। ਗੁਰੂ ਜੀ ਸਭ ਰੋਗਾਂ ਦੀ ਦਵਾਈ ਰੂਪ ਇੱਕ ਵਾਹਿਗੁਰੂ ਮੰਤਰ ਦ੍ਰਿੜ ਕਰਵਾ ਦਿੰਦੇ ਨੇ। ਔਖਦ ਹਰਿ ਕਾ ਨਾਮ ਹੈ, ਜਿਤ ਰੋਗ ਨਾ ਵਿਆਪੈ। ਸੱਚ ਨਾਮ ਰਿਦ ਗਾਇਣਾ। ਇੱਕ ਵਾਰ ਉੱਚੀ ਬੋਲ ਕੇ ਕਹਿ ਦਿਓ ਜੀ, ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਜ਼ੁਬਾਨ ਨਾਲ ਇੰਨਾ ਗਾਓ ਕਿ ਹਿਰਦੇ 'ਚ ਵਸ ਜਾਏ। ਸੱਚਾ ਨਾਮ ਗੁਰਾਂ ਦੁਆਰਾ ਪ੍ਰਾਪਤ ਕਰਕੇ ਆਪਣੇ ਹਿਰਦੇ ਵਿੱਚ ਗਾਉਣਾ ਕਰ। ਜਿਸ ਨਾਮੈ ਕੋ ਤਰਸਨ ਬਹੁ ਦੇਵਾ। ਜਿਸ ਪਰਮੇਸ਼ਰ ਦੇ ਨਾਮ ਨੂੰ ਬਹੁਤ ਸਾਰੇ ਦੇਵਤੇ ਤਰਸਦੇ ਫਿਰਦੇ ਹਨ। ਸਗਲ ਭਗਤ ਜਾਗੀ ਕਰਦੇ ਸੇਵਾ। ਸਾਰੇ ਭਗਤ ਜਿਸ ਪ੍ਰਭੂ ਦੀ ਭਗਤੀ ਰੂਪ ਟਹਿਲ ਕਰਦੇ ਹਨ। ਅਨਾਥਾਨਾਥ ਦੀਨ ਦੁਖ ਭੰਜਨਾ। ਜੋ ਪ੍ਰਭੂ ਯਤੀਮਾਂ ਦਾ ਮਾਲਕ ਅਤੇ ਗਰੀਬਾਂ ਦੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ। ਸੋ ਗੁਰ ਪੂਰੇ ਤੇ ਪਾਇਣਾ। ਉਹ ਪ੍ਰਭੂ ਪੂਰੇ ਗੁਰਾਂ ਤੋਂ ਹੀ ਪਾਉਣਾ ਕਰੀਦਾ ਹੈ। ਹੋਰ ਦੁਆਰਾ ਕੋਈ ਨ ਸੂਝੈ। ਧਰਮ ਤੋਂ ਬਿਨਾਂ ਹੋਰ ਕੋਈ ਵੀ ਐਸਾ ਦਰ ਨਹੀਂ ਸੁਝਦਾ ਦਿਖਦਾ। ਤ੍ਰਿ ਭਵਨ ਤਾਵੈ ਤਾ ਕਿਛੁ ਨ ਬੂਝੈ। ਜਿੱਥੋਂ ਨਾਮ ਦੀ ਪ੍ਰਾਪਤੀ ਹੋ ਸਕੇ। ਜੇਕਰ ਕੋਈ ਮਨੁੱਖ ਤਿੰਨਾਂ ਲੋਕਾਂ ਵਿੱਚ ਦੌੜਦਾ ਵੀ ਫਿਰੇ ਤਾਂ ਵੀ ਕੁਝ ਵੀ ਬੁੱਝਦਾ ਨਹੀਂ ਹੈ। ਸਤਿਗੁਰ ਸਾਹੁ ਭੰਡਾਰ ਨਾਮ ਜਿਸ। ਸਤਿਗੁਰੂ ਹੀ ਐਸਾ ਸ਼ਾਹੂਕਾਰ ਰੂਪ ਹੈ ਜਿਸ ਦੇ ਪਾਸ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਹੈ। ਇਹੋ ਰਤਨ ਤਿਸ ਤੇ ਪਾਇਣਾ। ਇਹ ਨਾਮ ਰੂਪ ਰਤਨ ਉਸ ਗੁਰੂ ਤੋਂ ਹੀ ਪਾਉਣਾ ਕਰੀਦਾ ਹੈ। ਜਾ ਕੀ ਟੂਰ ਕਰੇ ਪੁਨੀਤਾ। ਜਿਸ ਗੁਰੂ ਜਾਂ ਪ੍ਰਭੂ ਦੀ ਚਰਨ ਧੂੜੀ ਪਵਿੱਤਰ ਕਰਦੀ ਹੈ। ਸੁਰ ਨਰ ਦੇਵ ਨਾ ਪਾਵਹਿ ਮੀਤਾ। ਇਹ ਮਿੱਤਰ ਜਿਸ ਧੂੜੀ ਨੂੰ ਦੇਵਤੇ, ਮਨੁੱਖ ਤੇ ਦੇਵੀ ਸੰਪਦਾ ਵਾਲੇ ਵੀ ਨਹੀਂ ਪਾ ਸਕਦੇ। ਇਹ ਸਾਰੇ ਲੋਚਦੇ ਹਨ ਕਿ ਸਾਨੂੰ ਸੰਤਾਂ ਦੀ ਚਰਨ ਧੂੜੀ ਮਿਲੇ। ਸਾਧ ਕੀ ਧੂੜ ਮਿਟੀ ਅਗ ਘੋੜ, ਕਿਉਂਕਿ ਸੰਤਾਂ ਦੀ ਧੂੜੀ ਕਰੋੜਾਂ ਹੀ ਜਨਮਾਂ ਦੇ ਪਾਪ ਮਿਟ ਦਿੰਦੀ ਹੈ। ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਵਰ। ਜਿਹੜੇ ਸ਼ਿਵ ਜੀ ਆਦਿਕ ਈਸ਼ਰ ਦੇਵਤੇ ਵਿਸ਼ਨੂੰ ਬ੍ਰਹਮਾ ਜੀ ਆਦਿਕ ਨੇ, ਉਹ ਵੀ ਬ੍ਰਹਮ ਗਿਆਨੀ ਦੇ ਚਰਨਾਂ ਦੀ ਧੂੜੀ ਨੂੰ ਚਾਹੁੰਦੇ ਨੇ, ਦਰਸ਼ਨ ਚਾਹੁੰਦੇ ਕਿ ਸਾਨੂੰ ਮਿਲ ਜਾਵੇ, ਪਰ ਬੜੀ ਕਠਿਨ ਮਿਲਦੀ ਹੈ। ਸਤ ਪੁਰਖ ਸਤਿਗੁਰ ਪਰਮੇਸ਼ਰ। ਸੱਚੇ ਪੁਰਖ ਸਤਿਗੁਰੂ ਜੀ ਪ੍ਰਭੂ ਦਾ ਸਰੂਪ ਹਨ। ਜਿਸ ਭੇਟਤ ਪਾਰ ਪਰਾਇਣਾ। ਜਿਸ ਨਾਲ ਮਿਲ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਪੈਣਾ ਕਰੀਦਾ ਹੈ। ਪਾਰ ਜਾਤ ਲੋੜਹਿ ਮਨ ਪਿਆਰਾ।
ਕਲਪ ਬ੍ਰਿਕਸ਼ ਨੂੰ ਚਾਹੁੰਦਾ ਹੈ ਕਿ ਉਹ ਕਲਪ ਬ੍ਰਿਕਸ਼ ਮੇਰੇ ਵਿਹੜੇ ਵਿੱਚ ਲੱਗ ਜਾਵੇ। ਕਾਮ ਤੇ ਨਾ ਸੋਹੀ ਦਰਬਾਰੇ, ਅਤੇ ਕਾਮਨਾ ਨੂੰ ਪੂਰੀ ਕਰਨ ਵਾਲੀ ਗਾਂ ਮੇਰੇ ਦੁਆਰੇ ਤੇ ਸ਼ੋਭਨੀਕ ਹੋਵੇ। ਇਸੇ ਪ੍ਰਕਾਰ ਪਾਰ ਜਾਤ ਲੋੜ ਮਨ ਪਿਆਰੇ, ਪਿਆਰੇ ਵਾਹਿਗੁਰੂ ਦਾ ਪ੍ਰੇਮ ਰੂਪੀ ਪਾਰ ਜਾਤ ਰੁੱਖ ਚਾਹੁਣਾ ਕਰੋ। ਅਤੇ ਜੋ ਗੁਰਾਂ ਦੇ ਦਰਬਾਰ ਦੇ ਵਿੱਚ ਕਾਮ ਤੇ ਨਾ ਸੋਹੀ ਦਰਬਾਰੇ, ਸਾਧ ਸੰਗਤ ਰੂਪੀ ਕਾਮ ਤੇ ਸ਼ੋਭ ਰਹੀ ਹੈ, ਉਸ ਵਿੱਚ ਅਸਥਿਤ ਹੋਣਾ ਕਰੋ। ਤ੍ਰਿਪਤ ਸੰਤੋਖ ਸੇਵਾ ਗੁਰ ਪੂਰੇ, ਆਤਮ ਤ੍ਰਿਪਤੀ ਕਰਕੇ ਸੰਤੋਖੀ ਤੇ ਪੂਰਨ ਗੁਰਾਂ ਦੀ ਭਗਤੀ ਰੂਪ ਟਹਿਲ ਕਰੋ। ਨਾਮ ਕਮਾਏ ਰਸਾਇਣਾ, ਅਤੇ ਰਸਾਂ ਦੇ ਘਰ ਪ੍ਰਭੂ ਦੇ ਨਾਮ ਨੂੰ ਕਮਾਉਣਾ ਕਰੋ। ਇਸੇ ਪ੍ਰਕਾਰ ਤ੍ਰਿਪਤ ਸੰਤੋਖ ਸੇਵਾ ਗੁਰ ਪੂਰੇ, ਜੋ ਪੂਰੇ ਗੁਰਾਂ ਦੀ ਸੇਵਾ ਕਰਦੇ ਨੇ ਉਹ ਇਸ ਲੋਕ ਦੇ ਪਦਾਰਥਾਂ ਵੱਲੋਂ ਵੀ ਤ੍ਰਿਪਤ ਹੋ ਜਾਂਦੇ ਨੇ ਅਤੇ ਸਵਰਗ ਆਦਿ ਦੇ ਪਦਾਰਥਾਂ ਵੱਲੋਂ ਵੀ ਸੰਤੋਖ ਧਾਰਨ ਕਰ ਲੈਂਦੇ ਹਨ। ਨਾਮ ਕਮਾਏ ਰਸਾਇਣਾ, ਉਹ ਨਾਮ ਦੀ ਕਮਾਈ ਕਰਦੇ, ਜਿਵੇਂ ਰਸਾਇਣ ਸੋਧੇ ਹੋਏ ਪਾਰੇ ਨੂੰ ਕਲੀ ਉੱਪਰ ਪਾ ਕੇ ਚਾਂਦੀ ਬਣਾ ਲਈਦੀ, ਤਾਂਬੇ ਦੇ ਪਾ ਕੇ ਸੋਨਾ ਬਣਾ ਲਈਦਾ। ਇਸੇ ਪ੍ਰਕਾਰ ਨਾਮ ਦੀ ਕਮਾਈ ਨਾਲ ਕਲੀ ਦੀ ਤਰ੍ਹਾਂ ਉਪਾਸ਼ਕ ਲੋਕ ਇਸ ਦੇਵਤਾ ਦਾ ਰੂਪ ਹੋ ਜਾਂਦੇ ਨੇ ਤੇ ਤਾਂਬੇ ਦੀ ਤਰ੍ਹਾਂ ਪੂਰਨ ਅਧਿਕਾਰੀ ਪੁਰਖ ਸ਼ੁੱਧ ਸਰੂਪ ਬ੍ਰਹਮ ਦਾ ਹੀ ਰੂਪ ਹੋ ਜਾਂਦੇ ਹਨ। ਗੁਰ ਕਾ ਸ਼ਬਦ ਮਰਾ ਪੰਜ ਧਾਤੂ, ਇਹ ਭਾਈ ਜੇਕਰ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਤੇਰੇ ਅੰਦਰੋਂ ਪੰਜ ਵਿਸ਼ੇ ਸ਼ਬਦ ਸਪਰਸ਼ ਰੂਪ ਰਸ ਗੰਧ ਜਾਂ ਕਾਮ ਲੋਭ ਮੋਹ ਤੇ ਅਹੰਕਾਰ ਮਰ ਜਾਣ। ਪੈ ਪਾਰ ਬ੍ਰਹਮ ਹੋਵੈ ਨਿਰਮਲਾ ਤੂ, ਤਾਂ ਪਰਮੇਸ਼ਰ ਦੇ ਡਰ ਨੂੰ ਧਾਰਨ ਕਰਕੇ ਤੂੰ ਮਾਇਆ ਦੀ ਮੈਲ ਤੋਂ ਰਹਿ ਉਜਲ ਹੋ ਜਾਵੇਂਗਾ। ਪਾਰਸ ਜਬ ਭੇਟੈ ਗੁਰ ਪੂਰਾ, ਜਦ ਪੂਰਾ ਗੁਰੂ ਰੂਪ ਪਾਰਸ ਮਿਲ ਪੈਂਦਾ ਹੈ ਤਾਂ ਪਾਰਸ ਪਰਸ ਦਿਖਾਇਣਾ, ਤਦੋਂ ਪਾਰਸ ਗੁਰੂ ਨਾਲ ਸਪਰਸ਼ ਕਰਕੇ ਗੁਰੂ ਬ੍ਰਹਮ ਨੂੰ ਦਿਖਾ ਦਿੰਦਾ ਹੈ। ਕਈ ਬੈਕੁੰਠ ਨਾਹੀ ਲਵ ਲਾਗੇ, ਕਈ ਸਵਰਗਾਂ ਦੇ ਸੁੱਖ ਵੀ ਆਤਮਕ ਆਨੰਦ ਦੇ ਕੋਲ ਬਰਾਬਰ ਨਹੀਂ ਲੱਗ ਸਕਦੇ। ਮੁਕਤ ਬੱਪੜੀ ਭੀ ਗਿਆਨੀ ਤਿਆਗੇ, ਸ਼ਲੋਕ ਸਮੀਪ ਸਰੂਪ ਸਜੋਜ ਬੈਕੁੰਠ ਦੀਆਂ ਚਾਰ ਮੁਕਤੀਆਂ ਦੀ ਇੱਛਾ ਵੀ ਬਪੜੀ ਵਿਚਾਰੀ ਤੁਸ਼ ਮਾਤਰ ਜਾਣ ਕੇ ਗਿਆਨੀ ਗਿਆਨਵਾਨ ਮਨੁੱਖ ਤਿਆਗ ਦਿੰਦਾ ਹੈ। ਜਿਵੇਂ ਮਾਈ ਭਾਗ ਭਰੀ ਨੂੰ ਵਿਸ਼ਨੂੰ ਖੁਦ ਬ੍ਰਹਮਾ ਆਪ ਲੈਣ ਆਇਆ। ਸ਼ਿਵ ਜੀ ਨੇ ਵੀ ਆਖਿਆ ਚੱਲ ਮਾਤਾ ਤੈਨੂੰ ਆਪਣੀਆਂ ਕੁੜੀਆਂ 'ਚ ਲੈ ਚਲੀਏ। ਕਹਿੰਦੀ ਵੀਰਾ ਨਾ ਨਾ, ਮੈਂ ਤਾਂ ਜ਼ਿੰਦਗੀ ਭਰ ਆਪਦੇ ਘਰੋਂ ਕਿਤੇ ਪੈਰ ਬਾਹਰ ਨਹੀਂ ਕੱਢਿਆ, ਮੈਂ ਤਾਂ ਨਹੀਂ ਤੈਨੂੰ ਜਾਣਦੀ, ਮੈਂ ਤੇਰੇ ਨਾਲ ਕਿਵੇਂ ਜਾਊਂਗੀ। ਕਹਿੰਦੇ ਅਸੀਂ ਦੇਵਤੇ ਹਾਂ ਮਾਤਾ, ਦੁਨੀਆ ਲੋਚਦੀ ਹੈ ਬੈਕਵਰਡ ਜਾਣ ਨੂੰ। ਕਹਿੰਦੇ ਨਹੀਂ ਵੀਰਾ ਆਪਦੇ ਕੰਮ ਕਰੋ, ਮੈਂ ਤਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਮੰਨਦੀ ਹਾਂ, ਉਹ ਆਉਣਗੇ ਉਹਨਾਂ ਦੇ ਦਰਸ਼ਨ ਕਰੂੰਗੀ ਤਾਂ ਮੈਂ ਉਹਨਾਂ ਦੇ ਦਰਸ਼ਨ ਕਰਕੇ ਆਪਦਾ ਸਰੀਰ ਛੱਡੂੰਗੀ। ਮੌਤ ਆਈ ਸੀ, ਮੌਤ ਨੂੰ ਮੋੜਤਾ। ਆਖਿਆ ਮੁੜ ਕੇ ਕੀ ਪਤਾ, ਹੁਣ ਇੰਨਾ ਵੱਡਾ ਸਰੀਰ ਹੋਇਆ, ਇੰਨੀ ਉਮਰ ਭੋਗੀ ਹੈ, ਜੇ ਗੁਰੂ ਦੇ ਦਰਸ਼ਨ ਨਹੀਂ ਕੀਤੇ ਫਾਇਦਾ ਕੀ ਹੈ। ਕਿੱਥੇ ਕਸ਼ਮੀਰ ਵੇਖੋ, ਕਿੱਥੇ ਅੰਮ੍ਰਿਤਸਰ। ਲੋਕ ਕਹਿਣ ਕਮਲੀਏ ਭੋਲੀਏ ਮਾਤਾ, ਆ ਜਿਹੜਾ ਤੂੰ ਰੇਜਾ ਬਣਾਇਆ, ਜਿਹੜਾ ਤੂੰ ਬਸਤਰ ਬਣਿਆ, ਤੂੰ ਅੰਮ੍ਰਿਤਸਰ ਭੇਜ ਦੇ, ਅਰਦਾਸ ਕਰਾ ਦੇ, ਆਪਦੇ ਮੁੰਡੇ ਨੂੰ ਕਹਿ ਦੇ ਲੈ ਜਾਊਗਾ ਜਾਂ ਸੰਗਤ ਲੈ ਜਾਊਗੀ। ਕਹਿੰਦੀ ਨਹੀਂ, ਮਹਾਰਾਜ ਮੈਨੂੰ ਦਰਸ਼ਨ ਦੇ। ਕਿੱਥੇ ਅੰਮ੍ਰਿਤਸਰ, ਕਿੱਥੇ ਕਸ਼ਮੀਰ, ਗੁਰੂ ਜੀ ਫੌਜਾਂ ਸਮੇਤ ਚੱਲ ਉੱਥੇ ਪਹੁੰਚੇ। ਮਾਤਾ ਦਾ ਬਣਾਇਆ ਹੋਇਆ ਵਸਤਰ ਦਰਜੀ ਨੇ ਬੁਲਾਇਆ, ਆਪਦੇ ਹੱਥੀਂ ਝੋਲਾ ਸਵਾ ਕੇ ਗੁਰੂ ਜੀ ਨੂੰ ਪਹਿਨਾਇਆ। ਫਿਰ ਮਹਾਰਾਜ ਕਹਿੰਦੇ ਮਾਤਾ ਜੋ ਮੰਗਣਾ ਮੰਗ। ਕਹਿੰਦੀ ਬਸ ਜੀ ਮੇਰੀ ਉਮਰ ਤਾਂ ਬੜੇ ਚਿਰ ਦੀ ਪੂਰੀ ਹੋਈ ਹੈ, ਮੈਂ ਤਾਂ ਕਈ ਲੈਣ ਆਇਆ, ਮੈਂ ਕਿਸੇ ਨੇ ਨਹੀਂ ਗਈ, ਮੈਂ ਤਾਂ ਆਪਦੇ ਚਰਨਾਂ 'ਚ ਰਹਿਣਾ, ਹੁਣ ਮੈਨੂੰ ਆਗਿਆ ਦਿਓ ਤੇ ਚਰਨਾਂ 'ਚ ਨਿਵਾਸ ਬਖਸ਼ੋ ਤੇ ਆਪਦੇ ਹੱਥੀਂ ਮੇਰਾ ਸੰਸਕਾਰ ਕਰੋ। ਮਾਤਾ ਭਾਗ ਭਰੀ। ਮਹਾਰਾਜ ਕਹਿੰਦੇ ਸੱਚਮੁੱਚ ਹੀ ਮਾਤਾ ਤੂੰ ਭਾਗਾ ਭਰੀ ਹੈ। ਸਤ ਬਚਨ
ਉਹ ਗੁਰੂ ਜੀ ਦੇ ਦਰਸ਼ਨ ਕਰਦੇ ਚੜ੍ਹਾਈ ਕੀਤੀ, ਫਿਰ ਮਹਾਰਾਜ ਨੇ ਹੱਥੀਂ ਉਹਦੀ ਕਿਰਿਆ ਨੂੰ ਕੀਤਾ। ਉਹ ਜਿਹੜੇ ਗਿਆਨੀ ਨੇ ਉਹ ਮੁਕਤੀਆਂ ਵੀ ਛੱਡ ਦਿੰਦੇ ਹਨ। ਭਾਈ ਮਹਾਂ ਸਿੰਘ ਨੇ ਵੀ ਮੁਕਤੀ ਨੂੰ ਠੁਕਰਾ ਦਿੱਤਾ। ਰਾਜ ਨਾ ਚਾਹੋ ਮੁਕਤ ਨਾ ਚਾਹੋ, ਇਹਦੇ ਮਹਾਰਾਜ ਬਿਲਾਵਾ ਪਾੜ ਦੇ ਸੱਚਖੰਡ ਚਰਨਾਂ ਜਗ੍ਹਾ ਚਾਹੀਦੀ। मन प्रीत चरण कमलारे, कबीर चरण कमल की मौज को कह कैसी अनुमान, कहते को शोभा नहीं देखा ही प्रमाण। इस तरह कई बैकुंठ नाही लव लागे, कई स्वर्गां दे सुख भी आत्मक आनंद दे लवै सदर्श बराबर नहीं पुज सकदे। मुकत बपड़ी भी ज्ञानी त्यागे, बैकुंठ दियां विचारियां तुष मुक्तियां भी ज्ञान मन महापुरख त्याग दिंदे हन। एक ओंकार सतगुर ते पाइया, अद्वितीय ब्रह्म सतगुरां नूं ही प्राप्त करीदा है। हाँ बल बल गुर दर्शना, सो मैं गुरां दे दर्शनां तों बलिहार कुर्बान जांदा हां। गुर की सेवा ना जाने कोई, सेवा तां असीं सारे करदे हां, वध के भज के मशहूर होण वास्ते ਜਾਂ ਮਾਇਆ ਦੇ ਲਾਲਚ ਜਾਂ ਵਡਿਆਈ ਖਾਤਰ, ਪਰ ਗੁਰੂ ਦੀ ਠਹਿਰ ਕਰਨੀ ਅਸੀਂ ਅਲਪਗ ਜੀਵ ਕੀ ਜਾਣ ਸਕਦੇ ਹਾਂ। ਗੁਰ ਬਾਰ ਬ੍ਰਹਮ ਗੋਚਰ ਸੋਈ, ਕਿਉਂਕਿ ਗੁਰੂ ਪਰਮੇਸ਼ਰ ਸਰੂਪ ਨੇ, ਜੋ ਇੰਦਰੀਆਂ ਦੇ ਵਿਸ਼ੇ ਪ੍ਰਭੂ ਗੁਰੂ ਰੂਪ ਹੈ। ਗੁਰੂ ਸੋਈ ਪਾਰ ਬ੍ਰਹਮ ਅਗੋਚਰ ਦਾ ਸਰੂਪ ਹੈ। ਇਸ ਲਈ ਤੇਰੀ ਸੇਵਾ ਤੁਝ ਤੇ ਹੋਵੇ ਔਰ ਨਾ ਦੂਜਾ ਕਰਦਾ। श्री गुरु नानक देव जी की सेवा श्री गुरु अंगद देव जी ही कर पाए। श्री गुरु अंगद देव जी की सेवा गुरु अमरदास जी को नहीं हुई, तो गुरु अमरदास जी की सेवा गुरु रामदास जी ने नहीं पुरे चाड़ी, और किसी को संपूर्ण नहीं हुई। जिसनो लाए लए सो सेवक, जिस मनुख नूं गुरु जी अपनी सेवा चला लेंदे ने वही असल सेवक दास है। जिस वड भाग मथाएणा, परंतु सेवा विच ਉਹੀ लगदा है जिहदे मथे दे वड्डे भाग ने। महापुरख संत ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੂੰ ਬਾਬਾ ਠਾਕੁਰ ਸਿੰਘ ਜੀ ਨੇ ਸਿੰਘਾਂ ਦੇ ਨਾਲ ਸਲਾਹ ਕਰਕੇ ਜਦ ਦਸਤਾਰਬੰਦੀ ਕੀਤੀ ਤੇ ਉਹ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਦੇ ਅੰਦਰ ਮੱਥਾ ਟੇਕਣ ਆਏ ਤਾਂ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ। ਪਹਿਲੇ ਦਿਨ ਸੀ ਤੇ ਗੌੜੀ ਮਹੱਲਾ ਪੰਜਵਾਂ ਹੁਕਮਨਾਮਾ ਆਇਆ, ਜਾਕਰ ਮਸਤਕ ਭਾਗ ਸੇ ਸੇਵਾ ਲਾਇਆ। ਐਵੇਂ ਨਹੀਂ ਸੰਪਰਦਾ ਦੀਆਂ ਜ਼ਿੰਮੇਵਾਰੀਆਂ ਮਿਲਦੀਆਂ, ਜਿਹਦੇ ਮੱਥੇ ਤੇ ਵੱਡੇ ਭਾਗ ਨੇ ਉਹੀ ਗੁਰੂ ਸਾਹਿਬ ਜੀ ਦੀ ਸੇਵਾ ਦੇ ਵਿੱਚ ਲੱਗਦਾ ਹੈ। ਆ ਬਾਬਾ ਹਰਨਾਮ ਸਿੰਘ ਜੀ ਮਹਾਂਪੁਰਖ ਜੋ ਧੁਮਾ ਨਗਰ ਦੇ ਨੇ, ਇਹਨਾਂ ਦੇ ਵੱਡ ਵਡੇਰੇ ਇੱਥੋਂ ਹੀ ਉੱਠ ਕੇ ਅੱਗੇ ਨੂੰ ਗਏ। ਤੇ ਮੈਂ 15 ਸਾਲ ਜਥੇ 'ਚ ਰਹਿੰਦਿਆਂ ਮਸਾਂ ਹੀ ਇੱਕ ਜਾਂ ਦੋ ਵਾਰ ਇਹਨਾਂ ਦਰਸ਼ਨ ਕੀਤੇ ਹੋਣ। 10-15 ਦਿਨ ਕਥਾ ਵੀ ਸੁਣੀ ਵੈਸੇ। 10-12 ਸਾਲਾਂ ਅਮਰੀਕਾ ਰਹੇ। ਇੱਕ ਬੰਦਾ ਅਮਰੀਕਾ ਬੈਠਾ ਹੈ, ਏਅਰਪੋਰਟ ਤੇ ਹੀ ਹੈ। ਸਿੰਘਾਂ ਨੇ ਉਹਨੂੰ ਏਅਰਪੋਰਟ ਤੇ ਹੀ ਉਤਰਨੀਆਂ ਚਾਹੁੰਦੇ, ਇੱਥੇ ਪਹੁੰਚਿਆ ਹੀ ਨਹੀਂ। ਤੇ ਕਈ ਮੇਰੇ ਵਰਗੇ ਸੋਚ ਰਹੇ ਸਨ ਆਪਣੇ ਬਾਰੇ, ਇੱਥੇ ਬੈਠੇ ਹੋਏ। ਮੈਂ ਵੀ ਉਦੋਂ US ਅਮਰੀਕਾ ਸ਼ਹਿਰ ਦੇ ਵਿੱਚ ਸੀਗਾ, ਗ੍ਰੰਥੀ ਸਿੰਘ ਦੀ ਸੇਵਾ ਸੀ। ਸੋ ਕਹਿਣ ਦਾ ਭਾਵ ਇਹ ਹੈ ਕਿ ਕੋਈ ਵੀ ਅਕਾਲ ਤਖਤ ਦਾ ਜਥੇਦਾਰ ਬਣਦਾ ਹੈ ਜਾਂ ਹਰਿਮੰਦਰ ਸਾਹਿਬ ਦਾ ਹੈਡ ਗ੍ਰੰਥੀ ਬਣਦਾ ਜਾਂ ਕਿਸੇ ਸੰਪਰਦਾ ਦਾ ਮੁਖੀ ਬਣਦਾ, ਮੇਰੇ ਵਰਗੇ ਉਹ ਫੇਸਬੁੱਕ YouTube ਉੱਤੇ ਆਪਣੀ ਮਸ਼ਹੂਰੀ ਰੌਲਾ ਪਾਈ ਜਾਂਦੇ ਨੇ, ਪੜ੍ਹ ਕੇ ਸਪੀਕਰਾਂ ਵੀ ਆਵਾਜ਼ ਆਪ ਬੋਲੀ। ਕਈਆਂ ਦੇ ਵੱਡੇ ਵੱਡੇ ਇਸ਼ਤਿਹਾਰ ਵੀ ਮੈਂ ਪੜ੍ਹ ਕੇ ਪਾੜੇ ਸੀ। ਇਹ ਭਲਾ ਕੀ ਹੋਇਆ? ਤੇ ਕਈਆਂ ਇੱਥੇ ਵੀ ਲਾਏ ਹੁੰਦੇ ਨੇ ਪਖੰਡੀ ਸੰਤ ਬਾਬੇ, ਤੂੰ ਬਣ ਕੇ ਦਿਖਾ। ਕੋਈ ਬਣੇ ਤਾਂ ਸਹੀ। ਬਾਬਾ ਬਣਨਾ ਕੋਈ ਸੌਖਾ ਨਹੀਂ, ਭਾਵੇਂ ਪਖੰਡੀ ਹੋਵੇ, ਪਰ ਬੰਦਾ ਮਾੜਾ ਮੋਟਾ ਵਾਹਿਗੁਰੂ ਤਾਂ ਕਹਿੰਦਾ ਹੀ ਹੈ ਨਾ। ਆਪਾਂ ਤਾਂ ਘਰਦਿਆਂ ਦੀਆਂ ਪਰਿਕਰਮਾ ਹੀ ਕਰਦੇ ਨਹੀਂ ਥੱਕਦੇ। ਤੋ ਮਹਾਂਪੁਰਖ ਗੁਰਦੁਆਰੇ ਦੀ ਜ਼ਿੰਮੇਵਾਰੀ ਸਾਂਭ ਰਹੇ ਨੇ, ਸਿੰਘਾਂ ਦੀ, ਗੁਰੂ ਦੀਆਂ ਇਮਾਰਤਾਂ ਦੀ, ਲੰਗਰਾਂ ਦੀ, ਕਿੰਨੀਆਂ ਵੇਖੋ ਵੱਡੀਆਂ ਜ਼ਿੰਮੇਵਾਰੀਆਂ। ਇਸ ਲਈ ਨਿੰਦਿਆ ਝੋਲੀ 'ਚ ਨਹੀਂ ਪੈਣਾ ਚਾਹੀਦਾ। ਆਪ ਦਾ ਨਿਤਨੇਮ ਕਰੋ, ਜੋ ਤੁਹਾਡੇ ਕੋਲ ਹੁੰਦਾ ਕਰੀ ਜਾਓ। ਤੁਸੀਂ ਨਿੰਦਿਆ ਕਰਕੇ ਕਿਉਂ ਭਾਰ ਪਏ ਚੁੱਕਦੇ ਹੋ? ਕਈ ਤਾਂ ਮਹਾਂਪੁਰਖ ਆਪਣੇ ਜਰਨੈਲ ਸਿੰਘ ਨੂੰ ਹੀ ਬਖਸ਼ਦੇ,
ਜਿਨ੍ਹਾਂ ਆਪ ਦਾ ਸਭ ਕੁਝ ਹੀ ਪੰਥ ਦੇ ਲਿਖੇ ਲਾਤਾ, ਕੁਝ ਵੀ ਨਹੀਂ ਬਣਾਇਆ ਆਪ ਦਾ। ਉਹ ਕੱਚੇ ਹੀ ਕੋਠੇ, ਉਹਨਾਂ ਪਿੰਡ ਦਾ ਨਾਮ ਹੀ ਕੋਠੇ, ਤੇ ਪੱਕੀ ਇੱਟ ਇੱਕ ਵੀ ਨਹੀਂ ਲਾਈ। ਉਹ ਦੱਸੋ ਐਸੇ ਮਹਾਂਪੁਰਖਾਂ ਦੀ ਬਰਾਬਰੀ ਕੋਈ ਕਰ ਸਕਦਾ ਹੈ? ਸਤਿਗੁਰੂ ਮਹਾਰਾਜ ਕਿਰਪਾ ਕਰਨ, ਜਿਹਨੂੰ ਆਪ ਦੀ ਸੇਵਾ ਚ ਲਾਉਂਦਾ ਉਹੀ ਸੇਵਕ ਲੱਗਦਾ, ਔਰ ਜਿਹਦੇ ਵੱਡੇ ਭਾਗ ਹੋਣ, ਮੱਥੇ ਦੇ ਉੱਪਰ ਲਿਖੇ ਹੋਣ, ਉਹੀ ਇਹ ਸੇਵਾ ਵਾਲੇ ਪਾਸੇ ਆਉਂਦਾ ਹੈ। ਨਹੀਂ ਤਾਂ ਆਪਾਂ ਮੱਥਾ ਨਹੀਂ ਟੇਕ ਸਕਦੇ। ਇੱਕ 5 ਮਿੰਟ ਕੋਈ ਕਹੇ, ਆਪਾਂ ਕਹਿਣਾ ਸਾਡਾ ਸਰਦਾ ਨਹੀਂ, ਕੋਈ ਇੱਥੇ ਖੜੋ ਕੇ ਦਿਖਾਏ। ਜਿਹਨਾਂ ਸਾਰੀ ਉਮਰ ਹੀ ਗੁਜ਼ਾਰ ਦਿੱਤੀ ਆਪ ਦੀ ਗੁਰਦੁਆਰੇ, ਉਹਨਾਂ ਨੂੰ ਨਮਸਕਾਰ ਹੀ ਕਰਨੀ ਬਣਦੀ ਹੈ। ਗੁਰ ਕੀ ਮਹਿਮਾ ਵੇਦ ਨ ਜਾਣੈ। ਜਿਨ੍ਹਾਂ ਗੁਰਾਂ ਦੀ ਸੇਵਾ ਕੀਤੀ ਸੇਵਕਾਂ ਨੇ, ਉਹਨਾਂ ਗੁਰਾਂ ਦੀ ਸਮਗਰ ਮਹਿਮਾ ਵਡਿਆਈ ਨੂੰ ਚਾਰੇ ਵੇਦ ਵੀ ਨਹੀਂ ਜਾਣਦੇ। ਦੁਸ਼ਮਾਤ ਸੁਣ ਸੁਣ ਅਬ ਖਾਣ ਹੈ। ਹਰੀ ਕੋਲੋਂ ਸੁਣ ਸੁਣ ਕੇ ਉਹ ਤੁਸ਼ ਮਾਤਰ ਹੀ ਕਥਨ ਕਰਦੇ ਹਨ। ਪਾਰ ਬ੍ਰਹਮ ਪਰੰਪਰ ਸਤਿਗੁਰ। ਸਤਿਗੁਰੂ ਪਰੇ ਤੋਂ ਪਰੇ ਸ੍ਰੇਸ਼ਟ ਪਰਮੇਸ਼ਰ ਦਾ ਸਰੂਪ ਨੇ। ਜਿਸ ਸਿਮਰਤ ਮਨ ਸੀਤ ਲਾਇਣਾ। ਜਿਨ੍ਹਾਂ ਦਾ ਸਿਮਰਨ ਕਰਦਿਆਂ ਹਿਰਦਾ ਸ਼ੀਤਲ ਹੋ ਜਾਂਦਾ ਹੈ। ਜਾ ਕੀ ਸੋਏ ਸੁਣੀ ਮਨ ਜੀਵੈ। ਜਿਸ ਦੀ ਸ਼ੋਭਾ ਸੁਣ ਕੇ ਹਿਰਦਾ ਜਿਉਂਦਾ ਹੋ ਜਾਂਦਾ ਹੈ। ਜਾਂ ਜੇ ਗੁਰੂ ਜਾਂ ਗੁਰੂ ਦੀ ਸ਼ੋਭਾ ਹਿਰਦੇ 'ਚ ਵਸ ਜਾਵੇ, ਤਦੋਂ ਜਿਹੜੀ ਤ੍ਰਿਸ਼ਨਾ ਜਾਂ ਈਰਖਾ ਹੈ ਹਿਰਦੈ ਵਸੈ ਤਾਂ ਠੰਡਾ ਥੀਵੈ। ਮਹਿਮਾ ਹਿਰਦੇ 'ਚ ਵਸਣ ਤੋਂ, ਈਰਖਾ ਤ੍ਰਿਸ਼ਨਾ ਦੀ ਤਪਸ਼ ਤੋਂ ਰਹਿਤ ਹੋ ਕੇ ਹਿਰਦਾ ਠੰਡਾ ਸੀਤਲ ਹੋ ਜਾਂਦਾ ਹੈ। ਗੁਰ ਮੁਖ ਹੋਇ ਲਾਏ ਤਾਂ ਸ਼ੋਭਾ ਪਾਏ। ਜਦ ਕੋਈ ਵੀ ਗੁਰੂ ਦੇ ਜਸ ਨੂੰ ਆਪਣੇ ਮੂੰਹ ਤੋਂ ਉਚਾਰਨ ਕਰਦਾ ਹੈ ਤਾਂ ਉਹ ਵਡਿਆਈ ਪਾਉਣਾ ਕਰਦਾ ਹੈ। ਤਿਸ ਜਮ ਕੈ ਪੰਥ ਨ ਪਾਇਣਾ। ਫਿਰ ਗੁਰੂ ਜਿਸ ਨੂੰ ਯਮਦੂਤਾਂ ਦੇ ਰਸਤੇ ਨਹੀਂ ਪਾਉਣਾ ਕਰਦਾ। ਸੰਤਨ ਕੀ ਸਰਣਾਈ ਪੜਿਆ। ਜੋ ਵੀ ਪੁਰਖ ਸ਼ਾਂਤਚਿਤ ਮਹਾਤਮਾ ਜਨਾਂ ਦੀ ਸ਼ਰਨ ਵਿੱਚ ਪਿਆ ਹੈ। ਜੀਉ ਪ੍ਰਾਨ ਧਨ ਅਗੈ ਧਰਿਆ। ਔਰ ਉਸਨੇ ਆਪਣੀ ਜ਼ਿੰਦਗੀ, ਪ੍ਰਾਣ, ਸਵਾਸ, ਧਨ, ਵਿਭੂਤੀ ਆਦਿ ਨੂੰ ਉਹਨਾਂ ਸੰਤਾਂ ਦੇ ਅੱਗੇ ਰੱਖ ਦਿੱਤਾ। ਉਹ ਬੇਨਤੀ ਕਰਦਾ ਹੈ ਕਿ ਸੇਵਾ ਸੁਰਤ ਨਾ ਜਾਣ ਖਾਈ। हे ਪ੍ਰਭੂ, ਮੈਂ ਤੇਰੀ ਭਗਤੀ ਰੂਪ ਸੇਵਾ ਠਹਿਰਨ ਦੀ ਕੋਈ ਵੀ ਗਿਆਤ ਨਹੀਂ ਜਾਣਦਾ, ਜਾਂ ਤੇਰੀ ਸੇਵਾ ਵਿੱਚ ਸ੍ਰੇਸ਼ਟ ਪ੍ਰੀਤੀ ਕਰਨੀ ਕੁਝ ਵੀ ਨਹੀਂ ਜਾਣਦਾ। ਤੁਮ ਕਰਹੁ ਦਇਆ ਕਿਰਮਾਇਣਾ। ਇਸ ਕਰਕੇ ਮੇਰੇ ਕਿਰਮ ਛੋਟੇ ਦਾਸ ਉੱਪਰ ਤੂੰ ਆਪਣੀ ਦਇਆ ਮਿਹਰ ਕਰ। ਨਿਰਗੁਣ ਕਉ ਸੰਗ ਲਿਓ ਰਲਾਏ। हे ਪ੍ਰਭੂ, ਮੈਂ ਗੁਣਹੀਨ ਨੂੰ ਆਪਣੇ ਸੰਤਾਂ ਦੇ ਨਾਲ ਰਲਾ ਲੈਣਾ ਕਰ, ਮਿਲਾ ਲੈਣਾ ਕਰ। ਕਰ ਕਿਰਪਾ ਮੋਹਿ ਟਹਿਲਾਏ ਲਾਏ। ਆਪਣੀ ਕਿਰਪਾ ਮਿਹਰ ਕਰਕੇ ਮੈਨੂੰ ਉਹਨਾਂ ਸੰਤਾਂ ਦੀ ਆਪਣੀ ਭਗਤੀ ਰੂਪ ਸੇਵਾ ਵਿੱਚ ਲਾਉਣਾ ਕਰ। ਪੱਖਾਂ ਫੇਰੋ ਪੀਸੋ ਸੰਤ ਆਗੈ। ਮੈਂ ਸੰਤ ਜਨਾਂ ਦੇ ਅੱਗੇ ਗਰਮੀ ਰੁੱਤ 'ਚ ਪੱਖਾ ਫੇਰਾਂ ਚੱਲਾਂ ਤੇ ਚੱਕੀ ਵਿੱਚ ਦਾਣੇ ਪੀਸਣਾ ਕਰਾਂ। ਚਰਨ ਧੋਏ ਸੁਖ ਪਾਇਣਾ। ਉਹਨਾਂ ਦੇ ਚਰਨਾਂ ਨੂੰ ਧੋ ਕੇ ਸੁਖ ਪਾਉਣਾ ਕਰਾਂ। ਇਸੇ ਪ੍ਰਕਾਰ ਪੱਖਾਂ ਫੇਰੋ ਪੀਸੋ ਸੰਤ ਆਗੈ। ਮੈਂ ਸੰਸਾਰ ਨੂੰ ਪੱਖ ਫੇਰ ਕੇ ਸਤਸੰਗੀ ਬਣ ਨੂੰ ਪੱਖਾ ਫੇਰਾਂ। ਸ਼ਰਵਣ ਮੰਨਣ ਤੇ ਨਿਧਿਆਸੂ ਰੂਪ ਚੱਕੀ ਦੇ ਕੂੜਾਂ 'ਚ ਪਰਮਾਨਗਤ ਪਰਮੇਹ ਕਰਤੇ ਵਿਪਰ ਦੇ ਸੰਸਿਆ ਰੂਪ ਦਾਣਿਆਂ ਨੂੰ ਪੀਸਣਾ ਕਰਾਂ। ਚਰਨ ਧੋਏ ਸੁਖ ਪਾਇਣਾ। ਹਰ ਗੁਰਾਂ ਦੇ ਚਰਨ ਕਮਲਾਂ ਨੂੰ ਪ੍ਰੇਮ ਦਾ ਰੂਪ ਜਾਣਨ ਤੋਂ ਕੇ ਆਤਮਿਕ ਸੁਖ ਪਾਉਣਾ ਕਰਾਂ। ਬੋਧ ਦੁਆਰੇ ਪ੍ਰਮ ਪ੍ਰਮ ਆਇਆ। हे ਪ੍ਰਭੂ, ਮੈਂ ਬੇਅੰਤ ਜੁਨਾ ਰੂਪ ਦਰਵਾਜ਼ਿਆਂ 'ਚ ਭਰਮ ਦਾ ਸਿਮਰਨ
ਸੇਵਕਾ ਜਨਮ ਦੇ ਵਿੱਚ ਆ ਕੇ ਤੇਰੇ ਘਰ ਪ੍ਰਾਪਤ ਹੋਇਆ ਹਾਂ। ਤੁਮਾਰੀ ਕਿਰਪਾ ਤੇ ਤੁਮ ਸਰਣ ਆਇਆ। ਹੁਣ ਮੈਂ ਥੱਕ ਗਿਆ ਹਾਂ ਪਾਉਂਦਾ, ਮੈਂ ਹੁਣ ਤੇਰੀ ਮਿਹਰ ਤੋਂ ਤੇਰੀ ਸ਼ਰਨ ਵਿੱਚ ਆਇਆ ਹਾਂ। ਸਦਾ ਸਦਾ ਸੰਤ ਸੰਗ ਇਹ ਰਾਖਾਓ। ਪ੍ਰਭੂ ਮੈਨੂੰ ਹਮੇਸ਼ਾ ਹਮੇਸ਼ਾ ਆਪਣੇ ਸੰਤਾਂ ਜਨਾਂ ਦੇ ਨਾਲ ਰੱਖਣਾ ਕਰੋ। ਇਹੋ ਨਾਮ ਦਾਨ ਦੇਵਾਇਣਾ। ਅੱਜ ਜੋ ਤੇਰੇ ਨਾਮ ਦਾ ਦਾਨ ਹੈ ਮੈਨੂੰ ਉਹਨਾਂ ਪਾਸੋਂ ਦਿਵਾਉਣਾ ਕਰੋ ਜੀ। ਭਏ ਕਿਰਪਾਲ ਗੋਸਾਈ ਮੇਰੇ। ਇੰਝ ਬੇਨਤੀ ਕਰਨ ਤੋਂ ਜਦ ਮੇਰੇ ਮਾਲਕ ਪ੍ਰਭੂ ਮਿਹਰਬਾਨ ਹੋਏ। ਦਰਸ਼ਨ ਪਾਇਆ ਸਤਿਗੁਰ ਪੂਰੇ। ਪੂਰੇ ਸਤਿਗੁਰਾਂ ਦਾ ਦਰਸ਼ਨ ਦੀਦਾਰ ਪਾਇਆ। ਸੁਖ ਸਹਿਜ ਸਦਾ ਆਨੰਦਾ। ਸੁਤੇ ਸਿੱਧੀ ਸਦਾ ਰਹਿਣ ਵਾਲੇ ਸੁਖ ਸਰੂਪ ਪ੍ਰਭੂ ਦਾ ਆਨੰਦ ਪ੍ਰਾਪਤ ਹੋਇਆ। ਨਾਨਕ ਦਾਸ ਦਸਾਇਣਾ। ਸਤਿਗੁਰੂ ਮਹਾਰਾਜ ਕਥਨ ਕਰਦੇ ਕਿ ਇਹ ਗੁਰਸਿੱਖੋ ਐਸਾ ਜੀਵਨ ਬਣਾ ਕੇ ਦਾਸ ਸੇਵਕਾਂ ਦੇ ਦਸਾਇਣਾ ਸੇਵਕ ਹੋਣਾ ਕਰੋ ਤੁਸੀਂ। ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰਦਇਆ ਧਾਰ ਜਗਨਨਾਥ। ਇਹ ਅਰਦਾਸ ਬੇਨਤੀ ਕਰਦੇ ਹਾਂ, ਸਮਾਪਤੀ ਕਰਦੇ ਹਾਂ ਜੀ। ਕੋ ਲੱਖ ਦਾ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਭਏ ਕਿਰਪਾਲ ਗੋਸਾਈ